ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਆਪਾਂ ਸਾਰੇ ਰਲ ਮਿਲ ਕੇ ਗੁਰ ਕਿਰਪਾ ਦੁਆਰਾ ਕਰ ਰਹੇ ਹਾਂ। ਜਿਵੇਂ ਸਾਹਿਬ ਦੇ ਬਚਨ ਦੀ ਵਿਚਾਰ ਜੋ ਆਪਾਂ ਨੇ ਕੀਤੀ ਸੀ, ਤੀਰਥ ਨਹਾਵਾ ਜੇ ਤਿਸ ਭਾਵਾ, ਬਿਨ ਭਾਣੈ ਕੇ ਨਾਏ ਕਰੀ। ਕਾਫੀ ਹੱਦ ਤੱਕ ਆਪਾਂ ਨੇ ਇਸ ਬਚਨ ਦੀ ਵਿਚਾਰ ਕੀਤੀ, ਜਿੰਨੀ ਕਿ ਸੋਝੀ ਗੁਰ ਨੇ ਬਖਸ਼ੀ। ਥੋੜੀ ਬਹੁਤੀ ਹੋਰ ਵੀ ਵਿਚਾਰ ਆਪਾਂ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਾਂਗੇ ਕਿ ਕੋਈ ਵੀ ਕਿਸੇ ਪੱਖ ਤੋਂ ਆਪਾਂ ਨੂੰ ਅਧੂਰੀ ਜਾਣਕਾਰੀ ਨਾ ਮਿਲੇ। ਜਿੰਨਾ ਚਿਰ ਪੂਰੀ ਜਾਣਕਾਰੀ ਨਹੀਂ ਮਿਲਦੀ, ਉਨਾ ਚਿਰ ਜੀਵਨ ਦੇ ਅੰਦਰ ਵਿਕਾਸ ਨਹੀਂ ਪੈਦਾ ਹੁੰਦਾ। ਜਿਹੜੇ ਬਾਹਰਲੇ ਤੀਰਥ ਨੇ, ਉਹਨਾਂ ਨੂੰ ਗੁਰਬਾਣੀ ਸਵੀਕਾਰ ਨਹੀਂ ਕਰਦੀ, ਸਗੋਂ ਉਹਨਾਂ ਤੀਰਥਾਂ ਦੇ ਉੱਪਰ ਜਾ ਕੇ ਪਾਤਸ਼ਾਹੀਆਂ ਨੇ বা ਭਗਤ ਸਾਹਿਬਾਨਾਂ ਨੇ ਜੋ ਅਸਲੀ ਤੀਰਥ ਹੈ ਉਸ ਦੀ ਸੋਝੀ ਬਖਸ਼ੀ ਹੈ। ਸੋ ਜਿਹਨੇ ਵੀ ਉਸ ਸੋਝੀ ਨੂੰ ਪ੍ਰਾਪਤ ਕੀਤਾ, ਉਸ ਨੂੰ ਉਸ ਅਸਲੀ ਤੀਰਥ ਬਾਰੇ ਵੀ ਸੋਝੀ ਆਈ। ਜਿਵੇਂ ਪਾਤਸ਼ਾਹ ਗੁਰਬਾਣੀ ਦੇ ਅੰਦਰ ਇਹ ਬਚਨ ਕਰਦੇ ਹੈ, ਜਿਹੜੇ ਬਾਹਰਲੇ ਤੀਰਥ ਨੇ ਉਹਨਾਂ ਬਾਰੇ ਵੀ ਆਪਾਂ ਗੁਰਬਾਣੀ ਤੋਂ ਹੀ ਸੋਝੀ ਲਵਾਂਗੇ। ਜਿਹੜਾ ਅਸਲੀ ਤੀਰਥ ਹੈ ਉਹਦੀ ਵੀ ਸੋਝੀ ਗੁਰਬਾਣੀ ਤੋਂ ਹੀ ਲਵਾਂਗੇ। ਜਿਵੇਂ ਪਾਤਸ਼ਾਹ ਕਹਿੰਦੇ 61 ਅੰਗ ਦੇ ਉੱਪਰ, ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ। ਹੇ ਮੇਰੇ ਮਨਾ, ਹੁਣ ਤੂੰ ਇਸ ਬਚਨ ਨੂੰ ਬੜੀ ਬਰੀਕੀ ਨਾਲ ਵਿਚਾਰ ਕਿ ਤੀਰਥ ਨਾਤਾ ਕਿਆ ਕਰੇ। ਪਾਤਸ਼ਾਹ ਕਹਿੰਦੇ ਵੀ ਤੇਰਾ ਬਾਹਰਲੇ ਤੀਰਥ ਤੇ ਨਹਾਉਣ ਦਾ ਕੀ ਫਾਇਦਾ ਹੈ। ਮਨ ਮਹਿ ਮੈਲ ਗੁਮਾਨ, ਕਹਿੰਦੇ ਮਨ ਦੇ ਅੰਦਰ ਤਾਂ ਤੇਰੇ ਮੈਲ ਹੈ। ਹੁਣ ਜਿਹੜੀ ਚੀਜ਼ ਨੂੰ ਮੈਲ ਲੱਗਦੀ ਹੈ ਉਹ ਚੇਤਨ ਸ਼ਕਤੀ ਹੈ। ਉਹਨੂੰ ਮੈਲ ਕਾਹਦੀ ਲੱਗੀ ਹੈ, ਪਾਤਸ਼ਾਹ ਨੇ ਉਹ ਵੀ ਦੱਸਿਆ, ਗੁਮਾਨ। ਉਹਨੂੰ ਹੰਕਾਰ ਹੈ, ਉਹਦੇ ਅੰਦਰ ਭਰਮ ਹੈ, ਹਉਮੈ ਹੈ। ਫਿਰ ਉਸ ਜੀਵ ਨੇ ਪੁੱਛਿਆ ਵੀ ਜੀ ਫਿਰ ਇਹ ਮੈਲ ਲਹੂ ਕਿਵੇਂ। ਪਾਤਸ਼ਾਹ ਕਹਿੰਦੇ ਗੁਰ ਬਿਨ ਕਿਨ ਸਮਝਾਈ ਹੈ ਮਨ ਰਾਜਾ ਸੁਲਤਾਨ। ਕਹਿੰਦੇ ਗਿਆਨ ਤੋਂ ਬਿਨਾ ਕਿਵੇਂ ਸੋਝੀ ਜਾਊ, ਕਿਵੇਂ ਪਤਾ ਲੱਗੂਗਾ, ਕਿਵੇਂ ਸਮਝਾਊ ਕੋਈ ਕਿ ਮਨ ਰਾਜਾ ਸੁਲਤਾਨ। ਅਸਲ ਵਿੱਚ ਜਿਹੜਾ ਮਨ ਹੈ ਇਹੀ ਤਾਂ ਰਾਜਾ ਹੈ, ਇਹੀ ਤਾਂ ਸੁਲਤਾਨ ਹੈ। ਆਤਮਾ ਪ੍ਰਾਤਮਾ ਦੋਨੇ ਇੱਕੋ ਹੀ ਚੀਜ਼ ਦੇ ਨਾਂ ਨੇ, ਦੋ ਨਹੀਂ ਹੈ। ਬਸ ਸਿਰਫ ਸਮਝਾਇਆ ਪਾਤਸ਼ਾਹ ਨੇ। ਜਦੋਂ ਕਿਸੇ ਵੀ ਬ੍ਰਹਮ ਗਿਆਨ ਨੂੰ ਸ਼ਬਦਾਂ 'ਚ ਸਮਝਾਇਆ ਜਾਂਦਾ ਹੈ ਤਾਂ ਉਹਦੇ ਕੁਝ ਪਾਤਰ ਬਣਾਏ ਜਾਂਦੇ ਆ। ਉਹਨਾਂ ਪਾਤਰਾਂ ਦੇ ਵਿੱਚੋਂ ਹੀ ਅਸੀਂ ਬੁਝਾਰਤ ਜਿਹੜੀ ਬੁੱਝਣੀ ਆ, ਉਹ ਇਹੀ ਬੁਝਾਰਤ ਬੁੱਝਣੀ। ਜਿਵੇਂ ਪਾਤਸ਼ਾਹ ਕਹਿੰਦੇ ਹੈ ਨਰਪਤ ਏਕ ਸਿੰਘਾਸਨ ਸੋਇਆ। ਹੁਣ ਰਾਜਾ ਹੈ, ਨਰਪਤੀ ਹੈ, ਉਹ ਸਿੰਘਾਸਨ ਤੇ ਸੌਂ ਗਿਆ। ਸਿੰਘਾਸਨ ਕੀ ਹੈ? ਸ਼ਬਦ। ਸ਼ਬਦ ਦੇ ਵਿੱਚ ਹੀ ਉਹ ਲੀਨ ਹੈ। ਪਰ ਹੁਣ ਸ਼ਬਦ ਦੇ ਲੀਨ ਹੋਣ ਦਾ ਫਰਕ ਕਿੰਨਾ ਪੈ ਗਿਆ, ਹੁਣ ਮਾਇਆ ਦੇ ਸ਼ਬਦ 'ਚ ਲੀਨ ਹੋ ਗਿਆ। ਜਦੋਂ ਸਾਡੀ ਸੁਰਤ ਮਾਇਆ ਦੇ ਸ਼ਬਦਾਂ ਦੇ ਵਿੱਚ ਲੀਨ ਹੁੰਦੀ ਹੈ ਤਾਂ ਇਹਨੂੰ ਨੀਂਦ ਆਉਂਦੀ ਹੈ। ਆਤਮਾ ਨੂੰ ਉਹ ਸੌਂਦੀ ਹੈ, ਉਹ ਆਤਮਾ ਦਾ ਸੌਣਾ ਹੈ। ਤੇ ਜਿਹੜਾ ਸ਼ਬਦ ਹੁਕਮ ਹੈ ਪੂਰਨ ਸੋਝੀ, ਉਹ ਆਤਮਾ ਨੂੰ ਜਗਾਉਂਦਾ ਹੈ। ਜਿਵੇਂ ਪਾਤਸ਼ਾਹ ਕਹਿੰਦੇ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਾਹੇ ਗਾਫਲ ਸੋਇਆ। ਹੁਣ ਉੱਥੇ ਪਾਤਸ਼ਾਹ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ। ਸੌਂ ਗਿਆ, ਨੀਂਦ ਆ ਗਈ, ਭਾਵ ਕੇ ਮਾਇਆ ਦੀ ਇੱਛਾ ਖੜੀ ਕਰ ਲਈ। ਸੁਪਨੇ ਪਿਆ ਭਿਖਾਰੀ, ਉਸ ਇੱਛਾ ਦੇ ਵਿੱਚ ਇੱਕ ਚੀਜ਼ ਦੀ ਸਿਰਜਣਾ ਕਰ ਲਈ। ਉਹਨੂੰ ਗੁਰਬਾਣੀ ਨੇ ਨਾਂ ਦੇਤਾ ਸੁਪਨਾ। ਹੁਣ ਸੁਪਨੇ ਦੇ ਵਿੱਚ ਇਹ ਭਿਖਾਰੀ ਬਣ ਗਿਆ। ਆ ਬਾਹਰਲਾ ਸਰੀਰ ਮਿਲ ਗਿਆ, ਇਹਦਾ ਭੇਖ ਧਾਰਨ ਕਰ ਲਿਆ। ਹੁਣ ਇਹਨੂੰ ਭੇਖ ਨੂੰ ਹੀ ਇਹ ਸੱਚ ਮੰਨੀ ਬੈਠਾ।
ਹੁਣ ਇਹਦਾ ਭੇਖ ਦਾ ਜਿੰਨਾ ਮਰਜ਼ੀ ਕੋਈ ਬਾਹਰੋਂ ਤੌਰ ਤੇ ਗਿਆਨ ਕਰਾਈ ਜਾਵੇ, ਜਿੰਨਾ ਚਿਰ ਇਹ ਸਵੈਮ ਆਪ ਨਹੀਂ ਆਪਣੇ ਆਪ ਤੇ ਗਿਆਨ ਲੈਂਦਾ ਉਹਨਾਂ ਚਿਰ ਇਹਨੂੰ ਪਤਾ ਨਹੀਂ ਲੱਗਦਾ। ਹੁਣ ਭੇਖ ਸਾਹਮਣੇ ਦਿਸਦਾ ਹੈ, ਹੁਣ ਇਹਨੂੰ ਕਿਵੇਂ ਝੂਠ ਮੰਨੇ? ਇਹ ਕਹਿੰਦਾ ਵੀ ਸਾਹਮਣੇ ਤਾਂ ਹੁਣ ਸਰੀਰ ਦਿੰਦਾ ਹੈ, ਆਤਮਾ ਤਾਂ ਦਿਸਦੀ ਨਹੀਂ ਹੈ, ਪਰ ਮੰਨਦਾ ਜ਼ਰੂਰ ਹੈ ਵੀ ਆਤਮਾ ਵੀ ਕੋਈ ਚੀਜ਼ ਹੈ। ਹੁਣ ਆਤਮਾ ਬਾਰੇ ਇਹਦੇ ਕੋਲ ਕਲੀਅਰੈਂਸ ਨਹੀਂ, ਤੇ ਜਿੰਨਾ ਚਿਰ ਕਲੀਅਰੈਂਸ ਨਹੀਂ ਆਉਂਦੀ ਉਹਨਾਂ ਚਿਰ ਸਰੀਰ ਵੀ ਨਹੀਂ ਛੱਡ ਸਕਦਾ। ਬਸ ਇੱਥੇ ਹੀ ਬੁਝਾਰਤ ਹੈ। ਜਿਹੜਾ ਇਸ ਬੁਝਾਰਤ ਨੂੰ ਬੁੱਝ ਲੈਂਦਾ ਹੈ, ਉਹ ਭਵ ਸਾਗਰ ਤੋਂ ਬੜਾ ਸੌਖਾ ਪਾਰ ਚਲੇ ਜਾਂਦਾ ਹੈ। ਜਿਹੜਾ ਇਸ ਬੁਝਾਰਤ ਬੁੱਝਣ ਦੀ ਬਜਾਏ ਹੋਰ ਜਪ ਤਪਾਂ 'ਚ ਪੈ ਜਾਂਦਾ ਹੈ, ਹੋਰ ਮਿੱਤ ਮਰਜ਼ਾਦਾ 'ਚ ਪੈ ਜਾਂਦਾ ਹੈ, ਹੋਰ ਸੰਜਮਾਂ 'ਚ ਪੈ ਜਾਂਦਾ, ਜਿਹੜੇ ਬਾਹਰ ਸੰਸਾਰ 'ਚ ਧਰਮ ਦੇ ਨਾਂ ਤੇ ਪ੍ਰਚਲਿਤ ਨੇ, ਉਹ ਫਿਰ ਆਪਣਾ ਜੀਵਨ ਭਵ ਸਾਗਰ ਦੇ ਵਿੱਚ ਹੀ ਗਵਾ ਕੇ ਤੁਰ ਜਾਂਦਾ ਹੈ, ਕਿਉਂਕਿ ਉਹ ਜੁੜਦਾ ਹੀ ਸੰਸਾਰ ਨਾਲ ਹੈ। ਹੇ ਮੇਰੇ ਮਨਾ, ਤੂੰ ਅੱਜ ਤੱਕ ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਜਿੰਨੇ ਵੀ ਤੂੰ ਧਰਮ ਦੇ ਕੰਮ ਕੀਤੇ ਨੇ ਉਹ ਸੰਸਾਰ 'ਚ ਕੀਤੇ ਨੇ, ਸੰਸਾਰ ਨੂੰ ਜੋੜਨ ਵਾਸਤੇ ਕੀਤੇ, ਸੰਸਾਰ 'ਚੋਂ ਨਿਕਲਣ ਵਾਸਤੇ ਇੱਕ ਵੀ ਨਹੀਂ ਕੀਤਾ। ਤੇ ਜੇ ਤੂੰ ਇੱਥੋਂ ਨਿਕਲਣ ਲਈ ਕੁਝ ਕਰੇਗਾ ਤਾਂ ਹੀ ਨਿਕਲੇਗਾ ਨਾ। ਤੂੰ ਤਾਂ ਇੱਥੇ ਪਕੜ ਵਧਾ ਰਿਹਾ, ਘਟਾ ਨਹੀਂ ਰਿਹਾ। ਪਾਤਸ਼ਾਹ ਤੈਨੂੰ ਘਟਾਉਣ ਵਾਸਤੇ ਵਿਖਿਆਨ ਕਰਦੇ ਆ, ਪਰ ਤੂੰ ਵਧਾ ਰਿਹਾ। ਜਦੋਂ ਪਾਤਸ਼ਾਹ ਨੇ ਵਚਨ ਕਰ ਦਿੱਤਾ ਕਿ ਹੀਰਾ ਹਾਥ ਚੜਿਓ ਨਿਰਮੋਲਕ, ਛੂਟ ਗਈ ਸੰਸਾਰੀ, ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋਰੀ, ਛੋੜ ਛੋੜ ਰੇ ਵਿਖਿਆ ਕੇ ਰਸੂਆ। ਫਿਰ ਉਹ ਕਿਹੜੇ ਰਸ ਨੇ ਵਿਖਿਆ ਦੇ? ਹੁਣ ਹੇ ਮੇਰੇ ਮਨਾ, ਬਾਰ-ਬਾਰ ਤੈਨੂੰ ਗੁਰਬਾਣੀ ਤੇ ਗੱਲ ਕਹਿ ਰਹੀ ਹੈ, ਪਰ ਤੂੰ ਤਾਂ ਸਵੀਕਾਰ ਨਹੀਂ ਕਰਦਾ, ਸੁਣ ਜ਼ਰੂਰ ਲੈਣਾ। ਸੋ ਪਾਤਸ਼ਾਹ ਨੇ ਬੜਾ ਬਰੀਕੀ ਨਾਲ ਹੇ ਮੇਰੇ ਮਨਾ ਤੈਨੂੰ ਸਮਝਾਇਆ, ਕਹਿੰਦੇ ਗੁਰ ਬਿਨ ਕਿਨ ਸਮਝ ਆਈ ਹੈ, ਗਿਆਨ ਤੋਂ ਬਿਨਾਂ ਨਹੀਂ ਤੈਨੂੰ ਪਤਾ ਲੱਗਣਾ। ਗਿਆਨ ਵੀ ਤੈਨੂੰ ਤੇਰਾ ਆਪਣਾ ਹੀ ਤੈਨੂੰ ਜਿੰਨਾ ਚਿਰ ਪਤਾ ਨਹੀਂ ਲੱਗਦਾ। ਹੁਣ ਹੇ ਮੇਰੇ ਮਨਾ, ਤੂੰ ਆਪਣਾ ਗਿਆਨ ਤਾਂ ਲੈਂਦਾ ਨਹੀਂ, ਤੂੰ ਤਾਂ ਮਾਇਆ ਦਾ ਗਿਆਨ ਲੈ ਰਿਹਾ। ਮਾਇਆ ਬਾਰੇ ਪਲਾਨਿੰਗ ਕਰਦਾ ਵੀ ਇਸ ਤਰ੍ਹਾਂ ਕਰ ਲਾਂਗੇ, ਉਹ ਕਰ ਲਾਂਗੇ, ਆਹ ਕਰ ਲਾਂਗੇ, ਪਰ ਕਦੇ ਅੰਦਰ ਤਾਂ ਝਾਤੀ ਨਹੀਂ ਮਾਰਦਾ। ਮਨ ਰਾਜਾ ਸੁਲਤਾਨ, ਅਸਲ ਵਿੱਚ ਇਹੀ ਸੁਲਤਾਨ ਹੈ। ਨਰਪਤੇ ਇੱਕ ਸਿੰਘਾਸਨ ਸੋਇਆ, ਜਦੋਂ ਇਹਨੇ ਜਾਗ ਜਾਣਾ ਤੇ ਸਿੰਘਾਸਨ ਤੇ ਪਿਆ ਹੀ ਹੈ। ਸ਼ਬਦ ਇਹਦੇ ਉਸੇ ਵੇਲੇ ਸ਼ਬਦ ਬਦਲ ਜਾਣਾ। ਹੁਣ ਸ਼ਬਦ ਮਾਇਆ ਦਾ ਚੱਲਦੇ ਨੇ, ਉਸ ਵੇਲੇ ਸ਼ਬਦ ਸੱਚ ਵਾਲਾ ਆ ਜਾਣਾ। ਕੂੜ ਨਖੁੱਟੈ ਨਾਨਕਾ, ਉਹ ਕੂੜ ਨਖੁੱਟ ਜਾਣਾ, ਓੜਕ ਸੱਚ ਰਹੀ, ਸੱਚ ਫੇਰ ਕੋਲ ਹੈ। ਫਿਰ ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਆ 799 ਅੰਗ ਦੇ ਉੱਪਰ, ਨਹਾਵਣ ਚੱਲੇ ਤੀਰਥੀ, ਮਨ ਖੋਟੈ ਤਨੀ ਚੋਰ, ਇੱਕ ਭਉ ਲੱਥੀ ਨਹਾਤਿਆਂ, ਦੋਏ ਭਾ ਝੜੀ ਅਸਹੋਰ। ਆ ਦੇਖ ਲੈ ਸੱਚੇ ਪਾਤਸ਼ਾਹ ਨੇ ਕੀ ਵਿਖਿਆਨ ਕੀਤਾ। ਕਹਿੰਦੇ ਨਹਾਵਣ ਚੱਲੇ, ਹੁਣ ਤੂੰ ਨਹਾਉਣ ਜਾਂਦਾ। ਅਸੀਂ ਵੀ ਕਹਿੰਦੇ ਆ ਫਲਾਣੇ ਥਾਂ ਤੇ 5 ਮੱਸਿਆ ਨਹਾਇਓ, ਫਲਾਣੇ ਥਾਂ ਤੇ 4 ਪੁੰਨਿਆ ਨਹਾਇਓ, ਫਲਾਣੇ ਥਾਂ ਤੇ ਸਰੋਵਰ 'ਚ ਨਹਾਉਣ ਦੇ ਨਾਲ ਪਾਪ ਕੱਟੇ ਜਾਂਦੇ ਆ। ਕੋਈ ਕੁਛ ਮਾਨਤਾ ਮੰਨੀ ਬੈਠਾ, ਕੋਈ ਕੁਛ ਮਾਨਤਾ ਮੰਨੀ ਬੈਠਾ, ਪਰ ਜਿਹੜੀ ਮਾਨਤਾ ਗੁਰੂ ਕਹਿ ਰਿਹਾ ਉਹਨੂੰ ਕੋਈ ਵੀ ਨਹੀਂ ਸਵੀਕਾਰ ਕਰ ਰਿਹਾ। ਆਪਣੀ ਮਾਨਤਾ ਦਾ ਪ੍ਰਚਾਰ ਹੈ, ਪਰ ਜਿਹੜੀ ਗੁਰੂ ਦੀ ਵਿਚਾਰ ਹੈ ਉਹ ਛੱਡੀ ਹੈ। ਗੁਰੂ ਦੇ ਬਚਨਾਂ ਦੀ ਵਿਚਾਰ ਹੁੰਦੀ ਹੈ, ਆਪਣੀ ਜਿਹੜੀ ਮੱਤ ਬਣਾਈ ਹੋਈ ਹੈ ਉਹਦਾ ਪ੍ਰਚਾਰ ਹੋ ਰਿਹਾ। ਹੇ ਮੇਰੇ ਮਨਾ, ਕਰਨੀ ਸੀ ਗੁਰ ਕੇ ਸ਼ਬਦ ਦੀ ਵਿਚਾਰ, ਉਹ ਤਾਂ ਕੀਤੀ ਨਾ। ਆਪਣੇ ਪ੍ਰਚਾਰ 'ਚ ਪੈ ਗਿਆ ਵੀ ਮੈਂ ਪਤਾ ਨਹੀਂ ਇੱਥੇ ਕੀ ਕਰ ਲੂੰਗਾ। ਹੇ ਮੇਰੇ ਮਨਾ, ਕੁਛ ਵੀ ਨਹੀਂ ਹੋਣਾ, ਨਾ ਕਿਸੇ ਤੋਂ ਅੱਜ ਤੱਕ ਹੋਇਆ ਨਾ ਹੋਣਾ। ਨਹਾਵਣ ਚੱਲੇ ਤੀਰਥੀ, ਕਹਿੰਦੇ ਤੀਰਥਾਂ ਤੇ ਜਾਣਾ ਤੂੰ। ਮਨ ਖੋਟਾ, ਹੁਣ ਮਨ ਖੋਟਾ ਕਿਵੇਂ? ਤਨੀ ਚੋਰ, ਕਿਉਂਕਿ ਤਨ ਹੈ ਜਿਹੜਾ ਹਿਰਦਾ ਹੈ ਉਹਦੇ ਅੰਦਰ ਚੋਰ ਹੈ, ਉਹ ਸੱਚ ਨੂੰ ਸਵੀਕਾਰ ਨਹੀਂ ਕਰਦਾ। ਜਿਵੇਂ ਬਾਹਰੀ ਤੌਰ ਤੇ ਜਿਹੜਾ ਚੋਰ ਚੋਰੀ ਕਰਨ ਜਾਂਦਾ ਉਹ ਚਾਨਣ ਨੂੰ ਸਵੀਕਾਰ ਨਹੀਂ ਕਰਦਾ, ਹਨੇਰਾ ਭਾਲਦਾ, ਇਸੇ ਤਰ੍ਹਾਂ ਤਨੀ ਜਿਹੜਾ ਹਿਰਦਾ ਹੈ, ਹਿਰਦੇ ਦੇ ਅੰਦਰ ਜਿਹੜਾ ਮਨ ਰਹਿੰਦਾ ਉਹ ਵੀ ਅਗਿਆਨਤਾ ਭਾਲਦਾ, ਉਹ ਵੀ ਭਰਮ ਹੀ ਭਾਲਦਾ ਵੀ ਵੱਧ ਤੋਂ ਵੱਧ ਭਰਮ ਇਕੱਠਾ ਹੋਵੇ, ਵੀ ਜਿੰਨਾ ਭਰਮ ਹੋਊਗਾ ਉਨੀ ਗਾੜੀ ਨੀਂਦ ਆਊਗੀ।
ਗੂੜੀ ਨੀਂਦ ਆਊਗੀ। ਤੇ ਜੇ ਭਰਮ ਚੱਕ ਹੁੰਦਾ ਤੇ ਫਿਰ ਅੱਖ ਖੁੱਲਦੀ ਹੈ, ਫਿਰ ਚਾਨਣਾ ਦਿਸੂਗਾ, ਫਿਰ ਮੈਨੂੰ ਉੱਠਣਾ ਪਊਗਾ। ਉੱਠ ਕੇ ਮੇਰੀ ਜ਼ਿੰਮੇਵਾਰੀ ਬਣ ਜਾਣੀ ਵੀ ਤੂੰ ਆਹ ਕਰ। ਹੁਣ ਤਾਂ ਮੈਂ ਸੁੱਤਾ ਪਿਆ। ਜਦੋਂ ਜਾਗੂਗਾ ਫਿਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਬਣ। ਜ਼ਿੰਮੇਵਾਰੀ ਕਿੱਡੀ ਵੱਡੀ ਹੈ ਕਿ ਸਾਰੇ ਸੰਸਾਰ ਨੂੰ ਝੂਠਾ ਕਹਿਣਾ ਹੈ। ਕੋਈ ਛੋਟੀ ਮੋਟੀ ਜ਼ਿੰਮੇਵਾਰੀ ਨਹੀਂ ਜਿਹੜੀ ਅਜੀਬ ਆਤਮਾ ਇੱਥੇ ਆ ਕੇ ਜਾਗਦੀ ਹੈ। ਉਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਸਾਰੇ ਸੰਸਾਰ ਨੂੰ ਝੂਠਾ ਕਹਿਣਾ ਹੈ। ਜਿਵੇਂ ਪਾਤਸ਼ਾਹ ਨੇ ਕਿਹਾ, ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ। ਕਹਿ ਕੇ ਦਿਖਾਵੇ ਕੋਈ ਅੱਜ ਉਹ ਕਹਿ ਸਕਦਾ ਜਿਹੜਾ ਜਾਗਦਾ। ਜਿਹੜੇ ਸੁੱਤੇ ਪਏ ਆ ਉਹ ਤਾਂ ਝੂਠਿਆਂ ਨੂੰ ਵੀ ਗੁਰਮੁਖ ਕਹੀ ਜਾਂਦੇ ਆ। ਉਹ ਤਾਂ ਹਰੇਕ ਨੂੰ ਹੀ ਕਹਿ ਦਿੰਦੇ ਵੀ ਤੁਸੀਂ ਤਾਂ ਜੀ ਗੁਰਮੁਖ ਹੋ, ਤੁਸੀਂ ਤਾਂ ਬਹੁਤ ਨਾਮ ਜਪਦੇ ਹੋ, ਤੁਹਾਡੀ ਤਾਂ ਬੜੀ ਕਮਾਈ ਹੈ, ਪਿਛਲੇ ਜਨਮਾਂ 'ਚ ਤੁਸੀਂ ਕਮਾਈ ਕਰਕੇ ਆਏ ਹੋ। ਤੇ ਜੇ ਉਹ ਗੁਰਮੁਖ ਨੇ, ਉਹਨਾਂ ਦੀ ਪਿਛਲੇ ਜਨਮਾਂ ਦੀ ਕਮਾਈ ਕੀਤੀ ਹੋਈ ਹੈ, ਤਾਂ ਫਿਰ ਉਹਨਾਂ ਦਾ ਮਨ ਤਾਂ ਜਾਗਦਾ ਨਹੀਂ। ਉਹਨਾਂ ਦੇ ਅੰਦਰ ਤਾਂ ਮਾਇਆ ਦੀ ਇੱਛਾ ਨੇ, ਉਹਨਾਂ ਦੇ ਅੰਦਰ ਤਾਂ ਮਾਇਆ ਦੀ ਭੁੱਖ। ਉਹ ਤਾਂ ਮਾਇਆ ਪਿੱਛੇ ਲੜਦੇ ਆ। ਇੱਥੇ ਤੁਸੀਂ ਉਹਨਾਂ ਨੂੰ ਗੁਰਮੁਖ ਦਾ ਦਰਜਾ ਦਿੰਦੇ ਹੋ। ਇਹਨਾਂ ਨੂੰ ਹੀ ਪਾਤਸ਼ਾਹ ਨੇ ਕਿਹਾ ਸੀ ਕਿ ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ। ਉਹ ਚੋਰ ਨੇ, ਇਹ ਜਿਹੜਾ ਪ੍ਰਚਾਰ ਕਰਦੇ ਹਰਾਮ ਖੋਰ ਨੇ। ਉਹਨਾਂ ਦਾ ਰਾਹ ਰੋਕਦੇ ਆ, ਉਹਨੂੰ ਸਿੱਧਾ ਨਹੀਂ ਕਹਿੰਦੇ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਉਣ ਵਾਲੇ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ, ਤੁਸੀਂ ਗੁਨਾਹਗਾਰ ਹੋ, ਤੁਹਾਡਾ ਵੱਡੇ ਪਾਪ ਨੇ ਤੁਹਾਡੇ, ਤੁਸੀਂ ਇੱਥੇ ਆਏ ਹੋ ਉਹਨਾਂ ਪਾਪਾਂ ਨੂੰ ਦੂਰ ਕਰਨ ਵਾਸਤੇ, ਆਪਣੇ ਗੁਨਾਹ ਬਖਸ਼ਾਉਣ ਵਾਸਤੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਰਨ ਕਰਕੇ ਜਾਓ, ਸੰਕਲਪ ਕਰਕੇ ਜਾਓ ਕਿ ਅਸੀਂ ਝੂਠ ਨਹੀਂ ਬੋਲਾਂਗੇ, ਅਸੀਂ ਨਿੰਦਿਆ ਨਹੀਂ ਕਰਾਂਗੇ, ਅਸੀਂ ਕਾਮ ਨਹੀਂ ਕਰਾਂਗੇ, ਅਸੀਂ ਕ੍ਰੋਧ ਨਹੀਂ ਕਰਾਂਗੇ, ਅਸੀਂ ਲੋਭ ਨਹੀਂ ਕਰਾਂਗੇ। ਆਓ ਮੈਦਾਨ 'ਚ। ਕੌਣ ਕਹਿੰਦਾ? ਹਾਲਾਂਕਿ ਕਹਿੰਦਾ ਜੇ ਅਸੀਂ ਇਹਨਾਂ ਲੋਕਾਂ ਦੇ ਵਿੱਚ ਇਹ ਪ੍ਰਚਾਰ ਕਹਿਤਾ, ਇੱਥੇ ਫਿਰ ਕਿਸੇ ਨੇ ਆਉਣਾ ਨਹੀਂ। ਤੇ ਪਾਤਸ਼ਾਹ ਕੀ ਕਹਿੰਦੇ ਸੀ? ਮਨਮੁੱਖਾਂ ਨਾਲੋਂ ਟੁੱਟੀ ਭਲੀ। ਉਹ ਕਹਿੰਦੇ ਇਹਨਾਂ ਨੂੰ ਤਾਂ ਤੋੜੀਓ ਚੰਗੀ ਹੈ। ਹੈਨ ਵਿਰਲੇ ਨਹੀਂ ਕਨੇ, ਕਹਿੰਦੇ ਉਹ ਤਾਂ ਬਿਰਲੇ ਹੀ ਹੁੰਦੇ ਨੇ, ਉਹ ਘਣਿਆਂ ਦੀ ਫੌਜ ਨਹੀਂ ਹੁੰਦੀ, ਉਹ ਕੋਈ ਬਿਰਲਾ ਹੀ ਰੂਹ ਹੁੰਦੀ ਹੈ। ਗੁਰੂ ਨਾਨਕ ਸਾਹਿਬ 70 ਸਾਲ ਦੀ ਉਮਰ, 72 ਸਾਲ ਦੀ ਇਸ ਧਰਤੀ ਤੇ ਉਹਨੇ ਸੰਸਾਰੀ ਤੌਰ ਤੇ ਗੁਜ਼ਾਰੀ ਹੈ। ਬੜੀ ਦੁਨੀਆ ਦੇ ਵਿੱਚ ਉਹਨਾਂ ਨੇ ਭਰਮਣ ਕੀਤਾ। ਜਦੋਂ ਸਿੱਧਾਂ ਦੇ ਨਾਲ ਉਹਨਾਂ ਦੀ ਵਿਚਾਰ ਹੁੰਦੀ ਹੈ, ਉਹਦੇ ਵਿੱਚ ਉਹ ਪਾਤਸ਼ਾਹ ਕਹਿੰਦੇ ਸਿੱਧਾਂ ਨੂੰ ਵੀ ਤੁਸੀਂ ਇੱਥੇ ਆ ਗਏ ਵੀ ਬ੍ਰਹਮ ਬਾਰੇ ਕੁਝ ਦੱਸੋ। ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਵੀ ਕਿਹੜਾ ਕਾਰਨ ਤੁਸੀਂ ਘਰ-ਬਾਰ ਛੱਡ ਕੇ ਇੱਥੇ ਬੈਠੇ ਹੋ? ਘਰ ਤਾਂ ਛੱਡਣ ਦੀ ਲੋੜ ਨਹੀਂ। ਜੇ ਉਹ ਘਰ ਛੱਡ ਕੇ ਇੱਥੇ ਵੀ ਤਾਂ ਫਿਰ ਤੁਸੀਂ ਘਰ ਹੀ ਬਣਾਇਆ ਕੋਈ। ਸਰੀਰ ਨੂੰ ਲੁਕਾਉਣ ਵਾਸਤੇ, ਢੱਕਣ ਵਾਸਤੇ ਕੁਛ ਤਾਂ ਖੜਾ ਕੀਤਾ, ਇਹ ਨਵਾਂ ਹੀ ਚੇਂਜ ਕੀਤਾ ਹੈ ਤਾਂ ਇਹ ਵੀ ਬਿਲਡਿੰਗ ਹੀ। ਉਹਨਾਂ ਨੇ ਵੀ ਫਿਰ ਪਾਤਸ਼ਾਹ ਨੂੰ ਸਵਾਲ ਕੀਤਾ ਵੀ ਤੂੰ ਦੱਸ, ਵੀ ਤੂੰ ਕਿਹੜੇ ਕਾਰਨ ਘਰ ਛੱਡ ਕੇ ਆਇਆ ਫਿਰ? ਤਾਂ ਉੱਥੇ ਪਾਤਸ਼ਾਹ ਕਹਿੰਦੇ ਹਾਂ ਢੂੰਡਤ ਗੁਰਮੁਖ ਫਿਰੇ ਉਦਾਸੀ। ਮੈਂ ਤਾਂ ਕਿਸੇ ਗੁਰਮੁਖ ਨੂੰ ਲੱਭਦਾ ਫਿਰਦਾ ਵੀ ਮੈਨੂੰ ਕੋਈ ਗੁਰਮੁਖ ਮਿਲ ਜਾਵੇ। ਤਾਂ ਇੱਥੋਂ ਗੱਲ ਸਿੱਧ ਹੋ ਜਾਂਦੀ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਗੁਰਮੁਖ ਨਹੀਂ ਸੀ ਕੋਈ ਮਿਲਿਆ। ਜੇ ਮਿਲਿਆ ਹੁੰਦਾ ਤਾਂ ਕਹਿੰਦੇ ਨਾ ਵਚਨ, ਕਿਉਂਕਿ ਗੁਰਮੁਖ ਲੱਭਿਆ ਜਾਂਦਾ। ਹਾਂ ਗੁਰਮੁਖ ਢੂੰਡ ਢੂੰਡਿੰਦਿਆਂ ਹਰ ਸੱਜਣ ਲੱਦਾ ਰਾਮ ਰਾਜੇ। ਸਭ ਤੋਂ ਵੱਡੀ ਪਦਵੀ ਹੈ ਗੁਰਮੁਖ ਦੀ। ਗੁਰਮੁਖ ਉਹਨੂੰ ਕਹਿੰਦੇ ਆ ਜਿਹਦੀ ਸੁਰਤ ਦੇ ਅੰਦਰ ਨਾਮ ਦੀ ਭੁੱਖ ਹੋਵੇ। ਨਾਮ ਦੀ ਭੁੱਖ ਵਾਲੇ ਨੂੰ ਗੁਰਮੁਖ ਕਹਿੰਦੇ ਆ, ਪਰ ਸਾਡੇ ਅਰਥ ਕਰਦੇ ਆ ਕਿ ਜਿਹਦਾ ਜੀ ਗੁਰੂ ਵੱਲ ਨੂੰ ਮੁੱਖ ਹੋਵੇ, ਉਹਨੂੰ ਗੁਰਮੁਖ ਕਹਿੰਦੇ ਆ। ਉਹਨੂੰ ਤਾਂ ਗੁਰਮੁਖ ਮਨਮੁਖ, ਜਿਹੜੀ ਸੁਰਤ ਮਾਇਆ ਨਾਲ ਜੁੜੀ ਹੋਈ ਹੈ, ਕਿਉਂਕਿ ਮਾਇਆ ਨਾਲ ਮਨ ਜੁੜਦਾ। ਮੁਖੀ ਹੁੰਦੀ ਹੈ ਸੁਰਤ, ਸ੍ਰੇਸ਼ਟ ਸੁਰਤ ਹੈ। ਜਿਹਦੇ ਨਾਲ ਸ੍ਰੇਸ਼ਟ ਜੁੜ ਗਈ ਉਹ ਮਨ ਨਾਲ ਜੁੜ ਗਈ। ਮਨ ਤੇ ਬੁੱਧੀ ਦੋਨੇ ਇਕੱਠੇ ਹੋ ਗਏ, ਪਿਓ ਛੱਡਤਾ। ਮਾਂ ਪੁੱਤ ਦੀ ਇੱਕ ਸਾਂਝ ਹੈ, ਪਿਓ ਦੀ ਨਹੀਂ ਗੱਲ ਮੰਨਦੇ, ਉਹ ਘਰ ਕਦੇ ਵਸਦਾ ਨਹੀਂ ਹੈਗਾ। ਜਿੱਥੇ ਮਾਂ ਪੁੱਤ ਤੇ ਪਤੀ ਤਿੰਨਾਂ ਦੀ ਇੱਕ ਸਾਂਝ ਹੈ, ਉਹ ਘਰ ਖੁਸ਼ਹਾਲ ਹੈ ਸੰਸਾਰੀ ਤੌਰ ਤੇ ਵੀ। ਕਿ ਮੈਂ ਤਾਂ ਕਿਸੇ ਗੁਰਮੁਖ ਨੂੰ ਲੱਭਦਾ ਵੀ ਮੈਨੂੰ ਗੁਰਮੁਖ ਮਿਲੇ, ਕਿਉਂਕਿ ਗੁਰਮੁਖ ਨਾਲ ਹੀ ਸਾਂਝ ਹੋਣੀ ਹੈ ਬ੍ਰਹਮ ਦੀ। ਤਾਂ
ਜਿਹਦੇ ਅੰਦਰ ਨਾਮ ਦੀ ਭੁੱਖ ਹੋਊਗੀ ਉਹਦੇ ਨਾਲ ਹੀ ਬੈਠ ਕੇ ਵਿਚਾਰ ਹੋਊਗੀ ਨਾ, ਹੁਣ ਦੂਜਿਆਂ ਨਾਲ ਥੋੜਾ ਬੈਠ ਕੇ ਕਿਤੇ ਗੱਲ ਹੋਊਗੀ। ਸੋ ਕਿੱਡੀ ਗੱਲ ਹੈ। ਅਖੀਰਲੀ ਸੰਸਾਰੀ ਤੌਰ ਤੇ ਉਮਰ ਦੇ ਵਿੱਚ ਦੂਜੇ ਪਾਤਸ਼ਾਹ ਆ ਕੇ ਮਿਲਦੇ। ਜਦੋਂ ਦੂਜੇ ਪਾਤਸ਼ਾਹ ਨੇ ਆ ਕੇ ਗੱਲਬਾਤ ਕੀਤੀ, ਵਿਚਾਰ ਕੀਤੀ, ਤੇ ਗੁਰੂ ਨਾਨਕ ਸਾਨੂੰ ਪਤਾ ਲੱਗਿਆ ਵੀ ਆਹ ਹੈ ਬੰਦਾ। ਬਸ ਉਸੇ ਵੇਲੇ ਉਹਨੂੰ ਰਸਤਾ ਦਿਖਾਤਾ, ਉਹ ਫਟਾਫਟ ਹੀ ਪਹੁੰਚ ਗਿਆ, ਤਾਂ ਨੇੜੇ ਹੀ ਸੀ ਮੰਜ਼ਿਲ ਦੇ। ਤਾਂ ਉਹਨਾਂ ਦੇ ਹਿਰਦੇ ਸ਼ਬਦ ਗੁਰੂ ਪ੍ਰਗਟ ਹੋ ਗਿਆ। ਬਾਬਾ ਬੁੱਢਾ ਜੀ ਨੇੜੇ ਸੀ, ਸ਼ਬਦ ਗੁਰੂ ਪ੍ਰਗਟ ਹੋ ਗਿਆ। ਜਿਹੜਾ ਜਿੰਨਾ ਜਿੰਨਾ ਨੇੜੇ ਹੈ ਉਹਨੂੰ ਉਨਾ ਹੀ ਨੇੜੇ ਸਫ਼ਰ ਤੈਅ ਕਰਤਾ ਸੌਖਾ ਹੋ ਗਿਆ। ਸੋ ਨਾਵਣ ਚੱਲੇ ਤੀਰਥੀ ਮਨ ਖੋਟਾ ਤਨੀ ਚੋਰ, ਹੇ ਮੇਰੇ ਮਨ। ਇਸੇ ਗੱਲ ਦੀ ਵਿਆਖਿਆ ਉੱਧਰ ਵੀ ਕੀਤੀ ਹੈ, ਜਿਨ ਮਨ ਹੋਰ ਮੁਖ ਹੋਰ ਸੇ ਗਾਂਡੇ ਕੱਚਿਆ। ਅੰਦਰ ਤਾਂ ਬਿਰਤੀ ਹੋਰ ਹੈ, ਮਨ ਦੇ ਅੰਦਰ ਤਾਂ ਖੋਟ ਹੈ, ਤੇ ਚੱਲੇ ਆ ਤੀਰਥ ਤੇ। ਫਿਰ ਪਤਾ ਨਹੀਂ ਕੀ ਕੁਛ ਕਰਦਾ, ਉਹ ਵੀ ਤੀਰਥ ਤੇ ਸਰੀਰ ਜਾ ਰਿਹਾ, ਮਨ ਤਾਂ ਜਾ ਹੀ ਨਹੀਂ ਰਿਹਾ। ਗੁਰਬਾਣੀ ਮਨ ਨੂੰ ਤੀਰਥ ਤੇ ਲਿਜਾਣਾ ਚਾਹੁੰਦੀ ਹੈ, ਹੇ ਮੇਰੇ ਮਨਾ ਤੂੰ ਤਨ ਲੈ ਕੇ ਸਰੀਰ ਤੇ ਜਾ ਰਿਹਾ। ਇਹ ਬੇਸਿਕ ਫਰਕ ਹੈ। ਫਿਰ ਇੱਕ ਭਾਉ ਲੱਥੀ ਮਨ ਦੇ ਵਿੱਚ, ਇਹ ਤਾਂ ਗੱਲ ਬਣਾ ਲਈ ਵੀ ਚਲੋ ਇੱਥੇ ਜਾ ਕੇ ਆ ਚੀਜ਼ ਲੈ ਗਈ। ਇੱਕ ਤਾਂ ਤੂੰ ਛੱਡਤੀ ਵੀ ਇੰਨਾ ਹੀ ਮਨ ਨੂੰ ਤਸੱਲੀ ਹੋ ਵੀ ਅੱਜ ਵੀ ਇਸ਼ਨਾਨ ਕਰ ਲਿਆ, 5 ਇਸ਼ਨਾਨਾ ਕਰ ਲਿਆ, 5 ਚੁੱਭੀਆਂ ਲਾ ਲਈਆਂ, 5 ਮੱਸਿਆ ਨਹਾ ਲਿਆ, ਲੱਥੀ ਨਹਾਤਿਆਂ ਦੋਏ ਪਾ ਚੜੀਆ ਸੋ ਹੋਰ। ਕਹਿੰਦੇ ਦੂਜੀ ਭਾ ਜਿਹੜੀ ਭਰਮ ਹੈ ਜਿਹੜਾ ਉੱਥੋਂ ਉਹ ਪੈਦਾ ਕਰ ਲਿਆ, ਕਿਉਂਕਿ ਉਸ ਤੀਰਥ ਦੇ ਆ ਕੇ ਉੱਥੋਂ ਦੀ ਮਰਜ਼ਾਦਾ ਜਦੋਂ ਸੁਣੀ ਤੇ ਦੂਜੇ ਤੀਰਥ ਤੇ ਮਰਜ਼ਾਦਾ ਹੋਰ ਹੈ। ਸੁਰਤ ਕਨਫਿਊਜ਼ਨ ਚ ਆ ਗਈ ਵੀ ਹੁਣ ਇੱਥੇ ਮੈਂ ਕੀ ਕਰਾਂ, ਉਹ ਐਂ ਕਰਦੇ ਆ, ਉਹ ਐਂ ਕਰਦੇ ਆ। ਗੱਲ ਇੱਕੋ ਹੀ ਹੈ, ਗੁਰਬਾਣੀ ਇੱਕ ਹੈ, ਮੰਨਣ ਵਾਲਿਆਂ ਨੇ ਰਸਤੇ ਬਹੁਤ ਬਣਾਤੇ। ਫਿਰ ਸਾਡੇ ਪ੍ਰਚਾਰ ਹੋ ਗਿਆ ਕਿ ਜੀ ਰਸਤਾ ਕੋਈ ਮਰਜ਼ੀ ਹੋਵੇ, ਮੰਜ਼ਿਲ ਇੱਕ ਹੋਣੀ ਚਾਹੀਦੀ ਹੈ। ਇਹ ਨਹੀਂ ਹੋ ਸਕਦਾ, ਗੁਰਮਤਿ ਚ ਨਹੀਂ ਕਿਤੇ ਵੀ ਆਉਂਦਾ। ਗੁਰਮਤਿ ਦੇ ਵਿੱਚ ਇੱਕੋ ਹੀ ਰਸਤਾ ਹੈ, ਇੱਕੋ ਹੀ ਮੰਜ਼ਿਲ ਹੈ। ਮੰਨੈ ਮਾਰਗ ਠਾਕ ਨਾ ਪਾਏ, ਜਿਹੜਾ ਮੰਨਦਾ ਹੈ ਉਸ ਰਸਤੇ ਦੇ ਅੰਦਰ ਕੋਈ ਅੜਿੱਕਾ ਨਹੀਂ। ਮੰਨੈ ਪਤ ਸਿਉ ਪ੍ਰਗਟ ਜਾ, ਆਹ ਗੱਲ ਹੈ। ਜਿਹੜਾ ਮੰਨ ਲੈਂਦਾ ਉਹਦੀ ਪਤ ਹੁੰਦੀ ਹੈ, ਉਹ ਪ੍ਰਗਟ ਹੋ ਜਾਂਦਾ। ਪ੍ਰਗਟ ਹੋਣਾ ਹੀ ਹੈ, ਸ਼ਬਦ ਨਹੀਂ ਪ੍ਰਗਟ ਹੋਣਾ। ਉਹੀ ਰਸਤਾ ਹੈ, ਉਹੀ ਮੰਜ਼ਿਲ ਹੈ। ਇਹ ਨਹੀਂ ਕਿ ਰਸਤਾ ਹੋਰ ਹੈ ਤੇ ਮੰਜ਼ਿਲ ਹੋਰ ਹੈ, ਇੱਕੋ ਹੀ ਰਸਤਾ, ਇੱਕੋ ਹੀ ਮੰਜ਼ਿਲ ਹੈ। ਇਸੇ ਕਰਕੇ ਗੁਰਬਾਣੀ ਦੇ ਸ਼ੁਰੂਆਤ 'ਚ ਇੱਕ ਲਿਖਿਆ ਸੀ। ਸੱਚਖੰਡ ਨੇ ਕਿਹਾ ਸੀ ਵੀ ਤੂੰ ਇੱਕ ਹੈ, ਤੂੰ 2 ਹਿੱਸਿਆਂ 'ਚ ਹੋ ਗਿਆ, ਪਰ ਹੈ ਨਹੀਂ ਤੂੰ 2 ਹਿੱਸਿਆਂ 'ਚ, ਤੂੰ ਮੰਨੀ ਬੈਠਾ ਵੀ ਮੈਂ 2 ਹਾਂ। 10ਵੇਂ ਪਾਤਸ਼ਾਹ ਕਹਿੰਦੇ ਦਵੈ ਤੇ ਏਕ ਹੋਇ ਗਇਓ, ਕਹਿੰਦੇ ਮੈਂ 2 ਤੋਂ 1 ਹੋ ਗਿਆ। ਪਤਾ ਲੱਗ ਗਿਆ ਵੀ ਇੱਕ ਹੈ। ਇਸੇ ਤਰ੍ਹਾਂ ਹੇ ਮੇਰੇ ਮਨਾ ਤੂੰ ਵੀ 2 ਰੂਪਾਂ 'ਚ ਹੀ ਹੈ, ਤੂੰ ਇੱਕ ਹੋ ਜਾ। ਇੱਕ ਹੋਣ ਤੋਂ ਬਾਅਦ ਫਿਰ ਭਗਤੀ ਸ਼ੁਰੂ ਹੋ ਜਾਣੀ ਹੈ, ਹੁਕਮ ਪ੍ਰਗਟ ਹੋ ਜਾਣਾ, ਤੇ ਤੂੰ ਸੱਚਖੰਡ ਦਾ ਵਾਸੀ ਹੈ। ਉਸ ਤੋਂ ਅੱਗੇ 336 ਅੰਗ ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਨਹਾਵਣ ਕੋ ਤੀਰਥ ਘਨੇ। ਕਹਿੰਦੇ ਹੁਣ ਬਾਹਰ ਤਾਂ ਨਹਾਉਣ ਵਾਸਤੇ ਤੀਰਥ ਪਤਾ ਨਹੀਂ ਪਾਤਸ਼ਾਹ ਕਹਿੰਦੇ ਕਿੰਨੇ ਕਿੰਨੇ। ਮਨ ਬੌਰਾ ਰੇ ਹੇ ਮੇਰੇ ਮਨਾ ਪਾਗਲਾ ਗੱਲ ਸੁਣ, ਪੂਜਨ ਕੋ ਬਹੁ ਦੇਵ। ਕਹਿੰਦੇ ਹੁਣ ਜਿਹੜੇ ਤੀਰਥ ਤੇ ਜਾਏਗਾ ਉੱਥੇ ਦੇਵਤਾ ਵੀ ਉਹਦਾ ਆਪੋ ਆਪਣਾ, ਕੋਈ ਦੇਵਤਾ ਰੱਖੀ ਬੈਠਾ, ਕੋਈ ਦੇਵਤਾ ਰੱਖੀ ਬੈਠਾ। ਕਹੋ ਕਬੀਰ ਛੂਟਨ ਨਹੀਂ ਮਨ ਬੌਰਾ ਰੇ, ਹੇ ਮੇਰੇ ਮਨਾ ਪਾਗਲ ਮਨਾ ਤੂੰ ਛੁੱਟ ਨਹੀਂ ਸਕਦਾ। ਸਿੱਧਾ ਬਚਨ ਲਿਖਿਆ ਹੈ, ਕਹੋ ਕਬੀਰ। ਸੱਚਖੰਡ ਨੇ ਕਬੀਰ ਸਾਹਿਬ ਨੂੰ ਕਿਹਾ, ਕਹਿੰਦੇ ਇਹਨਾਂ ਨੂੰ ਲੋਕਾਂ ਨੂੰ ਕਹਿ, ਇਹਨਾਂ ਨੂੰ ਸਮਝਾ, ਜਿਹੜੇ ਆ ਤੀਰਥਾਂ ਦੇ ਤੁਰੇ ਫਿਰਦੇ ਆ, ਇਹਨਾਂ ਨੂੰ ਸਮਝਾ ਅਸਲੀ ਤੀਰਥ ਕੀ ਹੁੰਦਾ ਹੈ। ਕਹੋ ਕਬੀਰ ਛੂਟਨ ਨਹੀਂ ਮਨ ਬੌਰਾ ਰੇ। ਫਿਰ ਉਹ ਕਹਿੰਦੇ ਛੁੱਟਣਾ ਕਿਵੇਂ ਹੈ, ਕਹਿੰਦੇ ਛੂਟਨ ਹਰ ਕੀ ਸੇਵ। ਜਿਹੜਾ ਤੇਰੇ ਹਿਰਦੇ 'ਚ ਹਰ ਬੈਠਾ ਉਹਦੇ ਬਚਨਾਂ ਨੂੰ ਕਮਾ, ਉਹਦੇ ਬਚਨਾਂ ਨੂੰ ਕਮਾਉਣਾ ਹੀ ਸੇਵਾ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ, ਜਿਹੜੀ ਦਰਗਾਹ 'ਚ ਪ੍ਰਮਾਣਿਤ ਹੈ ਉਹ ਸੇਵਾ ਕਰ, ਉਸ ਸੇਵਾ ਨਾਲ ਛੁੱਟ ਹੋਣਾ, ਹੋਰ ਨਹੀਂ ਹੈ।
ਚਾਹੇ ਸੇਵਾ ਕਹਿ ਦਿਓ, ਚਾਹੇ ਨਾਮ ਕਹਿ ਦਿਓ, ਚਾਹੇ ਸੰਗਤ ਕਹਿ ਦਿਓ, ਚਾਹੇ ਜਸ ਕਹਿ ਦਿਓ, ਸਾਰੀ ਇੱਕੋ ਹੀ ਚੀਜ਼ ਹੈ। 9 ਵੱਖੋ ਵੱਖਰੇ ਕੀਤੇ, 9 ਤਾਂ ਵੱਖੋ ਵੱਖਰੇ ਪਾਤਸ਼ਾਹ ਨੇ ਕੀਤੇ ਕਿ ਸਾਡਾ ਇਮਤਿਹਾਨ ਵੀ ਹੈ, ਇੱਥੇ ਸਾਡੀ ਪਰਖ ਵੀ ਹੋਣੀ ਹੈ। ਅਸੀਂ ਇਹੀ ਚੀਜ਼ ਤਾਂ ਪਰਖਣਾ ਆਪਣੇ ਆਪ ਨੂੰ। ਉਸ ਤੋਂ ਅੱਗੇ ਆਪਾਂ ਥੋੜ੍ਹੇ ਜਿਹੇ ਕੁ ਵਚਨ ਪਾਤਸ਼ਾਹ ਦੇ ਹੋਰ ਦੇਖਦੇ ਹਾਂ ਕਿ ਜਿਹੜਾ ਅਸਲੀ ਤੀਰਥ ਬਾਰੇ ਪਾਤਸ਼ਾਹ ਕੀ ਕਹਿੰਦੇ ਆ, ਸੱਚਖੰਡ ਬਾਰੇ ਕੀ ਵਿਖਿਆਨ ਕਰਦੇ ਆ। ਜਿਵੇਂ ਪਾਤਸ਼ਾਹ ਕਹਿੰਦੇ ਆ ਅੰਗ 687 ਦੇ ਉੱਪਰ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਹੁਣ ਆ ਜਿਹੜਾ ਵਚਨ ਆ ਇਹਦਾ ਵੀ ਇਸਤੇਮਾਲ ਥੋੜਾ ਜਿਹਾ ਇੱਕ ਬਲ ਪਾ ਕੇ ਕੀਤਾ ਜਾਂਦਾ ਹੈ ਕਿ ਜੀ ਤੀਰਥ ਨਹਾਵਣ ਜਾਓ। ਗੁਰੂ ਸਾਹਿਬ ਤਾਂ ਕਹਿੰਦੇ ਤੀਰਥਾਂ ਤੇ ਨਹਾਉਣ ਜਾਓ, ਪਰ ਜਿੱਥੇ ਤੀਰਥਾਂ ਤੇ ਨਾਮ ਹੈ, ਜਿੱਥੇ ਪਾਠ ਭਜਨ ਹੁੰਦਾ, ਕੀਰਤਨ ਹੁੰਦਾ, ਸ਼ਬਦ ਕੜੇ, ਉਹ ਤੀਰਥ ਤੇ ਨਹਾਉਣ ਦੀ ਗੱਲ ਕਰਦੇ ਆ ਪਾਤਸ਼ਾਹ। ਫਿਰ ਜੇ ਇਹੀ ਗੱਲ ਹੈ ਤੇ ਜਦੋਂ ਫਿਰ ਗੁਰੂ ਨਾਨਕ ਸਾਹਿਬ ਜਾਂ ਕਬੀਰ ਸਾਹਿਬ ਉਹਨਾਂ ਤੀਰਥਾਂ ਤੇ ਗਏ ਸੀ, ਉੱਥੇ ਵੀ ਤਾਂ ਉਹਨਾਂ ਦੇ ਧਰਮ ਮੁਤਾਬਕ ਪਾਠ ਭਜਨ ਹੁੰਦਾ ਹੀ ਸੀਗਾ। ਜੇ ਗੰਗਾ ਤੇ ਗਏ, ਹਰਿਦੁਆਰ ਗਏ, ਰਿਸ਼ੀਕੇਸ਼ ਗਏ, ਜਿੱਥੇ ਵੀ ਗਏ ਪਾਤਸ਼ਾਹ, ਪ੍ਰਯਾਗਰਾਜ ਗਏ, ਇਲਾਹਾਬਾਦ ਗਏ, ਤ੍ਰਿਵੇਣੀ ਤੇ ਗਏ, ਉੱਥੇ ਵੀ ਤਾਂ ਉਹਨਾਂ ਦੇ ਧਰਮ ਮੁਤਾਬਕ ਪਾਠ ਹੁੰਦੇ ਹੀ ਸੀ। ਫਿਰ ਉਹਨਾਂ ਨੂੰ ਕਿਉਂ ਕੰਡੈਮ ਕੀਤਾ ਪਾਤਸ਼ਾਹ ਨੇ? ਉਹਨਾਂ ਨੂੰ ਕਿਉਂ ਰੱਦ ਕਰਦੇ ਇਹ ਗੱਲ ਵੀ ਤੁਸੀਂ ਇੱਥੇ ਐਂ ਕਿਉਂ ਕਰਦੇ ਹੋ? ਅਸੀਂ ਉਹ ਗੱਲ ਛੱਡਤੀ, ਅਸੀਂ ਆਪਣੇ ਧਰਮ ਨੂੰ ਸ੍ਰੇਸ਼ਟ ਗਿਣ ਲਿਆ। ਅਸੀਂ ਕਹਿੰਦੇ ਵੀ ਇਹ ਤੀਰਥ ਸਹੀ ਆ, ਉਹ ਤੀਰਥ ਸਹੀ ਨਹੀਂ। ਉਹ ਵੀ ਤੀਰਥ ਮਾਇਆ 'ਚ, ਇਹ ਵੀ ਤੀਰਥ ਮਾਇਆ 'ਚ ਹੀ ਹੈ। ਗੁਰਬਾਣੀ ਮਾਇਆ ਤੋਂ ਬਾਹਰ ਖੜੀ ਹੈ ਲਈ। ਜਦੋਂ ਗੁਰਬਾਣੀ ਨੇ ਇਹ ਗੱਲ ਕਹਿ ਦਿੱਤੀ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ ਕੀ, ਜਿਹੜੇ ਨੂੰ ਤੀਰਥ ਅਸੀਂ ਮੰਨੀ ਬੈਠੇ ਹਾਂ, ਕੀ ਇਹ ਸੰਸਾਰ 'ਚ ਨਹੀਂ ਹੈ? ਇਹ ਸੰਸਾਰ ਤੋਂ ਬਾਹਰ ਹੈ। ਹੇ ਮੇਰੇ ਮਨਾ, ਆਪਣੇ ਅੰਦਰ ਝਾਤੀ ਮਾਰ। ਤੀਰਥ ਨਹਾਵਣ ਜਾਓ, ਪਾਤਸ਼ਾਹ ਕਹਿੰਦੇ ਤੀਰਥ ਤੇ ਜਾਣਾ ਹੈ, ਪਰ ਤੀਰਥ ਕੀ ਹੈ? ਨਾਮ ਹੈ, ਹੁਕਮ ਹੈ ਉਹਦਾ ਤੀਰਥ। ਹੁਣ ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਆ ਤੀਰਥ ਸ਼ਬਦ ਵਿਚਾਰ। ਇੱਥੇ ਤੀਰਥ ਦੇਖੋ ਕੀ ਲਿਖਿਆ, ਕਹਿੰਦੇ ਉਸ ਤੀਰਥ ਦੇ ਉੱਪਰ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਉਸ ਤੀਰਥ ਦੀ ਕਰਾਮਾਤ ਹੈ। ਜਿਵੇਂ ਬਾਹਰਲੇ ਤੀਰਥ ਤੇ ਜਾ ਕੇ ਸਰੀਰ ਦੀ ਮੈਲ ਲੈ ਜਾਂਦੀ ਹੈ, ਤਾਂ ਜਿਹੜਾ ਅਸਲੀ ਤੀਰਥ ਹੈ ਉਹਦੇ ਤੇ ਜਾਣ ਨਾਲ ਮਨ ਦੀ ਮੈਲ ਲੈ ਜਾਂਦੀ ਹੈ। ਹੇ ਮੇਰੇ ਮਨਾ, ਜੇ ਤੂੰ ਹੁਣ ਬਾਹਰਲੇ ਤੀਰਥ ਤੇ ਜਾ ਕੇ ਤਨ ਦੀ ਮੈਲ ਲਾ ਲਈ, ਤਾਂ ਫਿਰ ਆਪਣੇ ਅੰਦਰ ਵੀ ਝਾਤੀ ਮਾਰੀ ਕਿ ਤੇਰੇ ਅੰਦਰੋਂ ਮਨ ਚੋਂ ਮੈਲ ਵੀ ਲਈ। ਜੇ ਮਨ ਚੋਂ ਮੈਲ ਨਹੀਂ ਗਈ, ਸੰਸਾਰੀ ਤੌਰ ਤੇ ਬਾਹਰਲੇ ਤੀਰਥ ਤੇ ਨਹਾਉਣ ਨਾਲ ਲੋਕ ਜਿਵੇਂ ਇੱਥੇ ਕਹਿ ਦੇਣਗੇ ਚੰਗਾ, ਪਰ ਸੱਚਖੰਡ ਵਾਲਿਆਂ ਨੇ ਨਹੀਂ ਤੈਨੂੰ ਚੰਗਾ ਕਹਿਣਾ। ਉਹਨਾਂ ਦਾ ਮਨ ਮੈਲ ਹੈ। ਉੱਥੇ ਤਾਂ ਖਰੇ ਖਜ਼ਾਨੇ ਪਾਈ ਹੈ, ਖੋਟੇ ਸੱਟੀ ਹੈ, ਬਾਹਰ-ਬਾਹਰ ਭਗਾ ਕੇ ਮਾਰਨਾ ਉਹਨਾਂ ਨੇ ਚੱਕ ਕੇ। ਉਹ ਕਹਿੰਦੇ ਖੋਟਾ ਕਿਵੇਂ ਵਿੱਚ ਰਲ ਗਿਆ? ਇੱਥੇ ਭਾਵੇਂ ਸੰਸਾਰ ਦੇ ਵਿੱਚ ਤੂੰ ਤੀਰਥ ਤੇ ਹੀ ਰਹਿੰਦਾ ਹੋਵੇਂ, ਕੋਈ ਨਹੀਂ ਪੁੱਛਦਾ। ਸੋ ਉਸ ਤੋਂ ਅੱਗੇ ਪਾਤਸ਼ਾਹ 981 ਅੰਗ ਦੇ ਉੱਪਰ ਵੀ ਕਹਿੰਦੇ ਆ, ਰਾਮ ਹਰ ਅੰਮ੍ਰਿਤ ਸਰ ਨਾਵਾਰੇ, ਸਤਿਗੁਰ ਗਿਆਨ ਮੱਜਨ ਹੈ, ਨੀਕੋ ਮਿਲ ਕਲਮਲ ਪਾਪ ਉਤਾਰੇ। ਰਾਮ ਹਰ, ਰਾਮ ਵੀ ਉਹੀ ਹੈ, ਹਰ ਵੀ ਉਹੀ ਹੈ। ਇਹ ਨਹੀਂ ਕਿ ਰਾਮ ਕੋਈ ਹੋਰ ਹੈ, ਹਰ ਕੋਈ ਹੋਰ ਹੈ। ਰਾਮ ਹਰ ਇੱਕੋ ਹੀ ਚੀਜ਼ ਹੈ। ਅੰਮ੍ਰਿਤ ਸਰ, ਜਿਹੜਾ ਸਾਡੇ ਹਿਰਦੇ 'ਚ ਰਾਮ ਬੈਠਾ, ਇਹਨੂੰ ਸੱਚਖੰਡ ਵਾਲੇ ਕਹਿੰਦੇ ਅੰਮ੍ਰਿਤ ਸਰ। ਸਰ ਹੁੰਦਾ ਹਿਰਦਾ, ਇਹਦੇ ਅੰਦਰ ਅੰਮ੍ਰਿਤ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਜਿਹੜੀ ਦੇਹੀ ਹੈ ਉਹੀ ਸਰੋਵਰ ਹੈ। ਦੇਹੀ ਸਰੋਵਰ, ਬਾਹਰਲੀ ਦੇਹੀ ਨਹੀਂ, ਅੰਦਰਲੀ ਦੇਹੀ। ਜਿਹੜਾ ਸਾਡਾ ਮੂਲ ਹੈ ਉਹ ਦੇਹੀ ਹੈ, ਉਹ ਚੇਤਨ ਹੈ। ਉਹ ਦੇਹੀ ਦੇ ਅੰਦਰ ਹੈ ਅੰਮ੍ਰਿਤ, ਨਾਮ ਉੱਥੇ ਹੀ ਪਿਆ। ਜਿਵੇਂ ਅਸੀਂ ਬਾਹਰੋਂ ਕੋਈ ਤਲਾਬ ਬਣਾ ਲਿਆ, ਜਿਹਨੂੰ ਅਸੀਂ ਸਰੋਵਰ ਕਹਿ ਦਿੰਦੇ ਹਾਂ, ਉਹ ਬਣਾ ਲਿਆ, ਉਹਦੇ ਵਿੱਚ ਪਾਣੀ ਹੈ, ਪਰ ਜਦੋਂ ਖਾਲੀ ਹੁੰਦਾ ਉਦੋਂ ਨਹੀਂ ਉਹਨੂੰ ਕੋਈ ਸਰੋਵਰ ਕਹਿੰਦਾ। ਜਦੋਂ ਭਰਿਆ ਜਾਂਦਾ ਕਹਿੰਦਾ ਸਰੋਵਰ ਭਰਿਆ ਹੋਇਆ। ਇਸੇ ਤਰ੍ਹਾਂ ਹਿਰਦੇ ਦੇ ਅੰਦਰ ਨਾਮ ਹੈ, ਉਹਨੂੰ ਪ੍ਰਗਟ ਕਰਨਾ, ਉਹ ਅੰਮ੍ਰਿਤ ਸਰ ਹੈ। ਨਾ ਵਾਰੇ, ਉੱਥੇ ਜਾ ਕੇ ਨਿਵਾਰਨ ਹੋਣਾ, ਉੱਥੇ ਜਾ ਕੇ ਸ਼ੁੱਧਤਾ ਹੋਣੀ ਹੈ।
ਫਿਰ ਅੱਗੇ ਪਾਤਸ਼ਾਹ ਕਹਿੰਦੇ ਸਤਿਗੁਰ ਗਿਆਨ ਮੱਜਨ। ਇੱਥੇ ਜਿਹੜਾ ਸਤਿਗੁਰ ਸ਼ਬਦ ਦੇ ਰਾਰੇ ਨੂੰ ਸਿਆਰੀ ਪਈ ਹੈ। ਸਤਿਗੁਰ ਹੀ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਤੀਰਥ ਤੇ ਇਸ਼ਨਾਨ ਕੀਤਾ ਹੋਇਆ ਉਹ ਦੱਸਦੇ ਇਹ ਗੱਲ। ਜਿਨ੍ਹਾਂ ਨੇ ਇਸ ਤੀਰਥ ਦੇ ਉੱਪਰ ਇਸ਼ਨਾਨ ਕੀਤਾ ਹੈ, ਜਿਨ੍ਹਾਂ ਦੇ ਮਨ ਦੀ ਮੈਲ ਲਹੀ ਹੈ, ਉਹਨਾਂ ਨੇ ਦੱਸਿਆ ਇਹ ਗੱਲ। ਕੀ ਦੱਸਿਆ? ਕਹਿੰਦੇ ਗਿਆਨ ਮੱਜਨ। ਉਹ ਕੋਈ ਤੀਰਥ ਉਸ ਤਰ੍ਹਾਂ ਦਾ ਨਹੀਂ ਜਿਵੇਂ ਤੁਸੀਂ ਬਾਹਰ ਮੰਨਦੇ ਹੋ, ਉਹ ਕੋਈ ਜਲ ਇਸ ਤਰ੍ਹਾਂ ਦਾ ਨਹੀਂ ਜਿਵੇਂ ਬਾਹਰ, ਉਹ ਗਿਆਨ ਰੂਪੀ ਹੋਈ ਜਲ ਹੈ। ਉਹ ਗਿਆਨ ਦੇ ਨਾਲ ਹੀ ਤੁਹਾਡੇ ਅੰਦਰੋਂ ਭਰਮ ਜਾਣਾ ਹੈ। ਭਰਮ ਹੀ ਤਾਂ ਮੈਲ ਹੈ। ਗਿਆਨ ਮੱਜਨ, ਗਿਆਨ ਦੇ ਵਿੱਚ ਮੱਜਨ ਹੋਣਾ। ਨੀਕੋ ਕਹਿੰਦੇ ਹੈ ਬੜਾ ਸੋਹਣਾ। ਇਹ ਤਾਂ ਵਾਕਈ ਗੱਲ ਸੱਚੀ ਹੈ ਵੀ ਜਦੋਂ ਮਨ ਦੇ ਅੰਦਰੋਂ ਭਰਮ ਦੂਰ ਹੁੰਦਾ ਤੇ ਬੰਦਾ ਤਾਂ ਖਿੜਿਆ ਰਹਿੰਦਾ, ਪ੍ਰਸੰਨ ਰਹਿੰਦਾ। ਮਿਲ ਕਲਮਲ ਪਾਪ ਉਤਾਰੇ, ਆ ਨਿਸ਼ਾਨੀ ਹੈ ਕਿ ਜਦੋਂ ਉਹ ਮਿਲ, ਦੇਖੋ ਹੁਣ ਮਿਲੀ ਸ਼ਬਦ ਲਿਖਿਆ ਹੈ ਕਿ ਜਦੋਂ ਮਨ ਨੂੰ ਉਹ ਧੁਰਕੀ ਬਾਣੀ ਸ਼ਬਦ ਦਾ ਸੰਪਰਕ ਹੁੰਦਾ, ਉਹਦੇ ਵਿੱਚ ਕਿੱਡੀ ਸਮਰੱਥਾ ਕਿ ਕੱਲ ਹੁੰਦਾ ਸਾਡਾ ਆਪਣਾ ਹੁਕਮ, ਸਾਡੀ ਆਪਣੀ ਇੱਛਾ ਜਿਹੜੀ ਮਾਇਆ ਦੀ ਹੈ। ਮਲ ਹੁੰਦੀ ਹੈ ਮੈਲ, ਕਿਉਂਕਿ ਅਸੀਂ ਇੱਛਾ ਮਾਇਆ ਦੀ ਕਰਦੇ ਹਾਂ। ਕਲ ਮਲ ਉਤਾਰੇ, ਉਹ ਪਾਰ, ਉਹ ਵਾਪਸ ਹੋ ਜਾਂਦੀ ਹੈ, ਪਰੇ ਹੋ ਜਾਂਦੀ ਹੈ। ਕਲਮਲ ਦੂਰ ਹੋ ਜਾਂਦਾ ਹੈ, ਕਲਪਨਾ ਦੀ ਮੈਲ ਦੂਰ ਹੋ ਜਾਂਦੀ ਹੈ। ਜੋਤ ਨੂੰ ਆਪਣਾ ਆਪਾ ਦਿਸ ਜਾਂਦਾ ਕਿ ਮੈਂ ਕੀ ਹਾਂ। ਪਰ ਜਿੰਨਾ ਚਿਰ ਮੈਲ ਆ ਉਨਾ ਚਿਰ ਨਹੀਂ ਦੀਂਦਾ, ਉਨਾ ਚਿਰ ਭਰਮ ਹੈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਆ 1286 ਅੰਗ ਦੇ ਉੱਪਰ ਵੀ ਹਰ ਸਰ ਤੀਰਥ ਜਾਣ ਮਨੁਆ ਨਹਾਏ। ਦੇਖੋ ਹੁਣ ਤੇ ਹਰ ਸਰ ਸ਼ਬਦ ਲਿਖਤਾ, ਉੱਥੇ ਅੰਮ੍ਰਿਤਸਰ ਲਿਖਤਾ। ਇੱਕੋ ਹੀ ਗੱਲ ਹੈ, ਸ਼ਬਦਾਂ ਦੇ ਵਿੱਚ ਭੇਦ ਹੈ। ਇਹੀ ਭੇਦ ਅਸੀਂ ਬੁੱਝਣਾ ਬਸ। ਹਰ ਸਰ ਤੀਰਥ ਜਾਣੀ, ਕਹਿੰਦੇ ਜਿਹੜਾ ਹਰ ਸਰ ਹੈ ਉਹਨੂੰ ਤੀਰਥ ਜਾਣੀ, ਕਿਤੇ ਹੋਰ ਕੋਈ ਤੀਰਥ ਨਾ ਜਾਣ ਲਈ। ਉੱਥੇ ਕੀ ਕਰਨਾ? ਮਨੁਆ ਨਹਾਏ, ਉੱਥੇ ਜਾ ਕੇ ਮਨੁਏ ਨੇ, ਮਨ ਨੇ ਇਸ਼ਨਾਨ ਕਰਨਾ। ਜਿੱਥੇ ਮਨ ਨੇ ਜਾ ਕੇ ਇਸ਼ਨਾਨ ਕਰਨਾ, ਮਨ ਵੀ ਚੇਤਨ ਹੈ, ਤੀਰਥ ਵੀ ਚੇਤਨ ਹੈ। ਇਸੇ ਤਰ੍ਹਾਂ ਜਿਹੜਾ ਬਾਹਰ ਹੈ ਸਾਡੇ ਤੀਰਥ ਬਣਾਇਆ ਹੋਇਆ ਜਾਂ ਸਰੋਵਰ ਬਣਾਇਆ, ਉਹ ਜੜ ਹੈ, ਉੱਥੇ ਜਾ ਕੇ ਇਸ਼ਨਾਨ ਵੀ ਜੜੀ ਕਰਦਾ। ਸਰੀਰ ਦਾ ਹੀ ਜਾ ਕੇ ਉੱਥੇ ਹੁੰਦਾ, ਸਰੀਰ ਵੀ ਜੜ ਹੈ। ਪਰ ਸਰੀਰ ਨੂੰ ਜਿਹੜਾ ਚਲਾ ਰਿਹਾ, ਜਿਹੜਾ ਅਸਲੀ ਹੈ, ਉਹ ਚੇਤਨ ਹੈ, ਉਹ ਸ਼ਕਤੀ ਚੇਤਨ ਹੈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਆ 587 ਅੰਗ ਦੇ ਉੱਪਰ ਵੀ ਅੰਤਰ ਤੀਰਥ ਗਿਆਨ ਹੈ। ਦੇਖ ਮੇਰੇ ਮਨਾ ਕੀ ਲਿਖਦੇ ਪਾਤਸ਼ਾਹ, ਕਹਿੰਦੇ ਅੰਤਰ ਤੀਰਥ, ਅੰਦਰ ਹੈ ਤੀਰਥ। ਉਹ ਕੀ ਹੈ? ਗਿਆਨ ਹੀ ਹੈ, ਹੋਰ ਨਹੀਂ ਕੁਛ ਹੈਗਾ ਵੀ ਕਿਤੇ ਕੁਛ ਅੰਦਰ ਹੈ, ਢਿੱਡ ਦੇ ਅੰਦਰ ਕੁਛ ਹੈਗਾ। ਉਹ ਗਿਆਨ ਹੀ ਹੈ ਬਸ। ਸਤਿਗੁਰ ਦੀਆ ਬੁਝਾਇਆ, ਦੇਖੋ ਸਤਿਗੁਰ ਜਿਹਨੇ ਉਸ ਤੀਰਥ ਨੂੰ ਮਾਣਿਆ ਹੋਇਆ, ਉਸ ਗਿਆਨ ਨੂੰ ਪ੍ਰਾਪਤ ਕੀਤਾ ਹੋਇਆ, ਉਹ ਸਤਿਗੁਰ ਹੀ ਹੈ। ਉਹਦੇ ਲਈ ਸਤਿਗੁਰ ਹੀ ਰਾਰੇ ਨੂੰ ਸਿਹਾਰੀ ਪੈਂਦੀ ਹੈ। ਜਿਹਨੇ ਰਸ ਪੀਤਾ ਹੋਇਆ ਉਹੀ ਦੂਜੇ ਨੂੰ ਦੱਸ ਸਕਦਾ ਵੀ ਇਹ ਰਸ ਦੇ ਵਿੱਚ ਆਹ ਆਨੰਦ ਹੈ, ਆਹ ਪ੍ਰਸੰਨਤਾ ਹੈ। ਜਿਹਨੇ ਰਸ ਕਦੇ ਪੀਤਾ ਹੀ ਨਹੀਂ, ਉਹ ਕਿਵੇਂ ਦੱਸੂ? ਸਤਿਗੁਰੀ ਦੀਆ ਬੁਝਾਏ, ਉਹਨਾਂ ਨੇ ਬੁੱਝ ਕੇ ਗੱਲ ਇਹ ਦੱਸੀ ਹੈ ਸਾਨੂੰ ਵੀ ਅਸੀਂ ਭਾਈ ਆਹ ਰਸ ਮਾਣਿਆ, ਤੁਸੀਂ ਵੀ ਇਹ ਰਸ ਨੂੰ ਪ੍ਰਾਪਤ ਕਰ ਸਕਦੇ ਹੋ। ਮੈਲ ਗਈ ਮਨ ਨਿਰਮਲ ਹੋਆ, ਕਹਿੰਦੇ ਜਦੋਂ ਮੈਲ ਜਾਣੀ ਹੈ ਤਾਂ ਮਨ ਨੇ ਨਿਰਮਲ ਹੋ ਜਾਣਾ। ਅੰਮ੍ਰਿਤ ਸਰ ਤੀਰਥ ਨਹਾਏ, ਸਮਝ ਲਓ ਅੰਮ੍ਰਿਤ ਸਰ ਹੈ ਜਿਹੜਾ ਹਿਰਦਾ ਜਿੱਥੇ ਨਾਮ ਪਿਆ, ਉਹ ਪ੍ਰਾਪਤ ਹੋ ਜਾਣਾ। ਇਸ਼ਨਾਨ ਹੈ, ਇਹੀ ਨਾ ਹੈ, ਇਹੀ ਸੁਭ ਹੈ, ਇਹੀ ਸੱਚਖੰਡ ਵੱਲੋਂ ਪ੍ਰਵਾਨਿਤ ਹੈ। ਅੰਗ 135 ਉੱਪਰ ਵੀ ਪਾਤਸ਼ਾਹ ਕਹਿੰਦੇ ਮਾਘ ਮੱਜਨ ਸੰਗ ਸਾਧੂਆਂ ਢੋੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰਦਾਨ। ਹੁਣ ਇੱਥੇ ਬੜੀ ਕਮਾਲ ਦੀ ਗੱਲ, ਹੁਣ ਅਸੀਂ ਵੀ ਇਹਨੂੰ ਸ਼ਬਦ ਨੂੰ ਮਾਘ ਹੀ ਪੜ੍ਹਦੇ ਹਾਂ। ਵੈਸੇ ਜੇ ਪੰਜਾਬੀ 'ਚ ਲਿਖਿਆ ਜਾਵੇ ਮੰਮੇ ਨੂੰ ਕੰਨਾ ਘੱਗਾ ਲਿਖਿਆ ਜਾਊਗਾ, ਮਾਘ ਇੱਥੇ ਸਿਆਰੀ ਹੈ। ਮਾਘ ਕੀ ਕਿ ਜਿਹੜੀ ਸੁਰਤ ਮਾਇਆ ਨੂੰ ਛੱਡ ਕੇ ਹਿਰਦੇ ਵਿੱਚ ਆਉਂਦੀ ਹੈ। ਮਨ ਪਰਦੇਸੀ ਆ ਆਓ ਘਰੇ, ਜਿਹੜਾ ਮਨ ਘਰੇ ਆ ਜਾਂਦਾ ਮਾਇਆ ਦੀ ਭੁੱਖ ਛੱਡ ਕੇ, ਉਹਦਾ ਹੀ ਮੱਜਨ ਹੋਊਗਾ। ਜਿਹੜਾ ਬਾਹਰੀ ਤੌਰ ਤੇ ਵੀ ਕਿਸੇ ਤੀਰਥ ਤੇ ਜਾਊਗਾ ਉਹੀ ਉੱਥੇ ਜਾ ਕੇ ਨਹਾਊਗਾ। ਹੁਣ ਘਰੇ ਬੈਠਾ ਤਾਂ ਕਿਵੇਂ ਨਹਾ ਲੂਗਾ? ਮਨ ਮਾਇਆ ਨੂੰ ਛੱਡ ਕੇ ਕੀ ਹਿਰਦੇ ਵਿੱਚ ਆਉਂਦਾ, ਘਰ ਵਿੱਚ ਆਉਂਦਾ,
ਉੱਥੇ ਮੱਜਨ ਕਰਦਾ, ਉੱਥੇ ਮੱਜਨ ਕਿਹਦਾ ਕਰਦਾ? ਸੰਗੀ। ਹੁਣ ਇਹਨੂੰ ਪੜ੍ਹਦੇ ਸੰਗੀ ਆ ਸ਼ਬਦ, ਇੱਥੇ ਗੱਗੇ ਨੂੰ ਸਿਹਾਰੀ ਹੈ ਸੰਗੀ, ਉਹਦਾ ਸੰਗੀ ਬਣ ਜਾਂਦਾ। ਸਾਧੂਆਂ ਸਾਧੂਆਂ ਬਹੁਵਚਨ ਹੈ, ਸਾਰਾ ਸੱਚਖੰਡ ਦਾ ਸੰਗੀ ਨਹੀਂ ਹੈਗੀ ਜੋਤ, ਉੱਥੇ ਪਤਾ ਨਹੀਂ ਕਿੰਨੀਆਂ ਕੁ ਜੋਤਾਂ ਨੇ, ਉਹਨਾਂ ਵਿੱਚ ਇਹ ਵੀ ਹੈ ਇੱਕ ਸੰਗੀ। ਧੂੜੀ ਕਰ ਇਸ਼ਨਾਨ, ਧੂੜੀ ਕੀ ਹੈ? ਸ਼ਬਦ ਗੁਰੂ। ਜਾਂ ਜੋ ਧੂੜੀ ਸਾਡੇ ਕੋਲ ਗੁਰਬਾਣੀ ਵੀ ਹੈ, ਗੁਰਬਾਣੀ ਦੇ ਵਿੱਚ ਗਿਆਨ ਹੈ, ਇਹ ਧੂੜ ਹੈ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ। ਗਿਆਨ ਦੀ ਹਨੇਰੀ ਆ ਗਈ। ਹੁਣ ਬਾਹਰ ਤਾਂ ਗਿਆਨ ਦੀ ਹਨੇਰੀ ਨਹੀਂ ਆਉਂਦੀ, ਬਾਹਰ ਤਾਂ ਧੂੜ ਮਿੱਟੀ ਉੱਡਦੀ ਹੈ। ਗਿਆਨ ਦੀ ਆਂਦੀ ਤਾਂ ਅੰਦਰੋਂ ਹੀ ਆਉਂਦੀ ਯਾਰ। ਧੂੜੀ 'ਚ ਇਸ਼ਨਾਨ ਕਰਨਾ। ਹੁਣ ਜੇ ਅਸੀਂ ਬਾਹਰੀ ਤੌਰ ਤੇ ਵੀ ਸਾਧੂਆਂ ਦੀ ਧੂੜੀ ਵਿੱਚ, ਸਾਧੂ ਤਾਂ ਅੱਜ ਕੱਲ੍ਹ ਤਾਂ ਪੱਕੇ ਫਰਸ਼ ਲੱਗੇ ਹੋਏ ਆ, ਸਾਧੂ ਤਾਂ ਜਰਾਬਾਂ ਹੀ ਨਹੀਂ ਲਾਉਂਦੇ, ਫਿਰ ਸਾਧੂਆਂ ਦੀ ਧੂੜੀ ਨਾਲ ਕਿੰਨੀ ਕੁ ਦੁਨੀਆ ਇਸ਼ਨਾਨ ਕਰ ਲੂਗੀ। ਬਾਹਰਲਾ ਸਾਰਾ ਕੁਝ ਕੱਟਿਆ ਹੋਇਆ ਹੈ, ਸਾਡੇ ਹਿਰਦੇ 'ਚ ਹੀ ਸਾਧੂ ਹੈ। ਇਹਦਾ ਵੀ ਸੰਪਰਕ ਉਹਨਾਂ ਸਾਧੂਆਂ ਦੇ ਨਾਲ ਹੀ ਹੈ। ਜਿਹੜਾ ਹਿਰਦੇ 'ਚੋਂ ਬੈਠਾ ਬੋਲਦਾ ਉਹਦੀ ਗੱਲ ਮੰਨਣੀ ਹੈ। ਧੂੜੀ ਕਰੀ ਇਸ਼ਨਾਨ, ਇਸ਼ਨਾਨ ਦਾ ਅਰਥ ਹੁੰਦਾ ਪੂਰਨ ਸੋਝੀ ਆ ਜਾਣੀ, ਸਾਰੀ ਮੈਲ ਲੈ ਜਾਣੀ, ਔਂਕੜ ਪਈ ਹੈ ਸ੍ਰੇਸ਼ਟ। ਹਰ ਕਾ ਨਾਮ ਧਿਆਏ ਸੁਣ, ਦੇਖੋ ਪੂਰੀ ਸੋਝੀ ਜਿਹੜੀ ਲੈਣੀ ਹੈ ਜੋਤ ਨੇ ਆਪਣੇ ਆਪ ਦੀ, ਉਹ ਤੋਂ ਬਾਅਦ ਹਰ ਕਾ ਨਾਮ ਹੈ ਜਿਹੜਾ, ਉਹਦੇ ਬਾਰੇ ਇਹਨੂੰ ਪਤਾ ਲੱਗਦਾ ਹੈ। ਇੱਕ ਹੋਏ ਤਾਂ ਉਗਵੈ, ਇੱਕ ਹੋਣ ਤੋਂ ਬਾਅਦ ਜਿਹੜਾ ਉਗਣਾ ਉਹ ਹੈ ਸੱਚਖੰਡ ਚੋਂ ਹੁਕਮ ਆਉਣਾ, ਉਹ ਹੈ ਧੁਰ ਕੀ ਬਾਣੀ, ਉਹ ਹੈ ਸਾਹਿਬ ਮੇਰਾ ਨੀਤ ਨਵਾਂ। ਹਰ ਕਾ ਨਾਮ ਧਿਆਏ, ਉਹ 'ਚ ਤਾਂ ਧਿਆਨ ਹੀ ਰੱਖਿਆ ਜਾਂਦਾ। ਪਹਿਲਾਂ ਗਿਆਨ ਹੈ, ਬਾਅਦ 'ਚ ਧਿਆਨ ਹੈ। ਪਹਿਲਾਂ ਤਾਂ ਗਿਆਨ ਹੀ ਲੈਣਾ ਕਿ ਮਨ ਨੂੰ ਮਾਇਆ ਚੋਂ ਬਾਹਰ ਕੱਢਣਾ। ਜਦੋਂ ਮਨ ਮਾਇਆ ਚੋਂ ਬਾਹਰ ਆ ਗਿਆ, ਫਿਰ ਮਨ ਨੇ ਧਿਆਨ ਰੱਖਣਾ ਕਿ ਹੁਕਮ ਪ੍ਰਗਟ ਹੋ ਜਾਵੇ, ਜਿਹਨੇ ਮੈਨੂੰ ਇੱਥੋਂ ਭਵਸਾਗਰ ਚੋਂ ਪਾਰ ਲੈ ਕੇ ਜਾਣਾ। ਹਰ ਕਾ ਨਾਮ ਧਿਆਏ ਸੁਣੀ, ਫਿਰ ਜੋ ਧਿਆਨ ਰੱਖਣਾ ਕਿ ਮੈਨੂੰ ਉਹ ਸੁਣੇ, ਉਹ ਹੁਕਮ ਸੁਣੇ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ। ਫਿਰ ਦੇਖ ਜਦੋਂ ਉਹ ਹੁਕਮ ਸੁਣ ਗਿਆ, ਫਿਰ ਤੂੰ ਉਹਨੂੰ ਲੁਕੋ ਨਹੀਂ ਸਕਦਾ। ਫਿਰ ਸਭਨਾਂ ਨੂੰ ਕਰ, ਫਿਰ ਸਾਰਿਆਂ ਨੂੰ ਦਾਨ ਵੀ ਕਰਨਾ। ਇਹ ਹੈ ਦਾਨ ਕਿ ਸਾਰਿਆਂ ਨੂੰ ਸੱਚ ਦੀ ਸੋਝੀ ਵੀ ਦੱਸਣੀ ਹੈ। ਲਵੇ ਕੋਈ ਨਾ ਲਵੇ ਵੱਖਰੀ ਗੱਲ ਹੈ, ਪਰ ਤੂੰ ਦੇਣੀ ਹੈ। ਪਾਤਸ਼ਾਹੀਆਂ ਨੇ ਸਾਰਿਆਂ ਨੂੰ ਦੱਸਿਆ, ਲੁਕੋਇਆ ਨਹੀਂ ਕੁਛ ਵੀ ਹੈ। ਪਰ ਸਾਡੇ ਕੀ ਕਹਿੰਦੇ ਆ ਵੀ ਜੇ ਤੁਹਾਨੂੰ ਮਾੜੀ ਮੋਟੀ ਕੋਈ ਰੱਬ ਦੀ ਗੱਲ ਹੁੰਦੀ, ਦੱਸੀ ਦੀ ਨਹੀਂ ਹੁੰਦੀ ਕਿਸੇ ਨੂੰ। ਇਹ ਲੁਕੋ ਕੇ ਰੱਖੀ ਦੀਆਂ ਹੁੰਦੀਆਂ ਨੇ ਗੱਲਾਂ, ਬਾਹਰ ਨਹੀਂ ਦੱਸੀ ਦੀਆਂ। ਪਰ ਗੁਰਬਾਣੀ ਦਾ ਰੌਲਾ ਪਾਉਂਦੀ ਹੈ। ਗੁਰਬਾਣੀ ਤਾਂ ਕਹਿੰਦੀ ਹਰ ਕਾ ਭਗਤ ਪ੍ਰਗਟ ਨਹੀਂ ਛਪਿਆ, ਉਹਦਾ ਕਹਿੰਦੇ ਲੁਕ ਹੀ ਨਹੀਂ ਸਕਦਾ। ਗੁਰਬਾਣੀ ਦਾ ਕਹਿੰਦੀ ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰੱਖੈ ਲੁਕਾਏ। ਕੁਛ ਬਚਨਾਂ ਦਾ ਸਾਡੇ ਇਸਤੇਮਾਲ ਕਰ ਲੈਂਦੇ ਆ, ਪਰ ਗੁਰਬਾਣੀ ਕਿਤੇ ਨਹੀਂ ਆਖਦੀ। ਲੁਕਦਾ ਉਹ ਹੁੰਦਾ ਜਿਹੜਾ ਝੂਠਾ ਹੁੰਦਾ, ਜਿਹੜਾ ਸੱਚਾ ਹੁੰਦਾ ਉਹ ਨਹੀਂ ਲੁਕਦਾ। ਜਿਹੜਾ ਸੂਰਮ ਹੈ ਉਹ ਤਾਂ ਮੈਦਾਨੇ ਜੰਗ ਦਾ ਵਿੱਚ ਆ ਕੇ ਖੜਦਾ, ਤੇ ਜਿਹੜਾ ਸੂਰਮਾ ਹੀ ਨਹੀਂ, ਜਿਹਨੂੰ ਹਥਿਆਰ ਨਹੀਂ ਚਲਾਉਣ ਦਾ, ਉਹ ਪਿੱਛੇ ਹਟਦਾ। ਉਹ ਕਹਿੰਦਾ ਵੀ ਆਪਾਂ ਮਰਨਾ। ਇੱਥੇ ਤਾਂ ਗੁਰਬਾਣੀ ਨੂੰ ਪਹਿਲਾਂ ਹੀ ਇਹ ਗੱਲ ਕਹਿੰਦੇ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੈ ਮੇਰੇ ਮਨਾ, ਤੂੰ ਤਾਂ ਆਸਾਂ ਲਈ ਬੈਠਾ ਆਪਣੇ ਸਰੀਰ ਦੀਆਂ, ਆਪਣੀਆਂ, ਆਪਣੇ ਬੱਚਿਆਂ ਦੀਆਂ, ਘਰ ਵਾਲੀ ਦੀਆਂ, ਮਾਂ ਬਾਪ ਦੀਆਂ। ਪਤਾ ਨਹੀਂ ਤੂੰ ਤਾਂ ਕਿਹਦੇ ਕਿਹਦੇ ਬਾਰੇ ਜ਼ਿੰਦਗੀ ਜਿਉਈ ਜਾਂਦਾ, ਤੈਨੂੰ ਆਪਣੇ ਆਪ ਦਾ ਤਾਂ ਪਤਾ ਹੀ ਕੁਛ ਨਹੀਂ। ਤੂੰ ਆਪਣੀ ਆਸ ਕਰ, ਇੱਕ ਆਸ ਰੱਖੋ ਮਨ ਮਾਹੇ, ਮਨ ਦੇ ਅੰਦਰ ਇਹ ਆਸ ਰੱਖ ਕਿ ਮੈਂ ਨਿਕਲਣਾ ਕਿੱਥੋਂ ਹੈ। ਸੋ ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ 437 ਅੰਗ ਦੇ ਉੱਪਰ ਵੀ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ। ਨਾਨਕ ਜੀ ਕਹਿੰਦੇ ਗੁਰ ਸਮਾਨ, ਗਿਆਨ ਤੋਂ ਬਿਨਾਂ ਕੋਈ ਤੀਰਥ ਹੀ ਨਹੀਂ ਹੈਗਾ। ਸਾਚੇ ਗੁਰ ਗੋਪਾਲਾ, ਪਰ ਕਹਿੰਦੇ ਨਿਸ਼ਾਨੀ ਹੈ ਸਾਚੇ ਗੁਰ ਗੋਪਾਲਾ ਹੋਵੇ ਉੱਥੇ। ਸੱਚਾ ਸੁਗਿਆਨ ਹੈ ਜਿਹੜਾ, ਗੋ ਹੁੰਦੀ ਹੈ ਬੁੱਧੀ, ਪਾਲਣ ਵਾਲਾ ਜਿਹੜਾ ਆਤਮਾ ਨੂੰ ਪਾਲੇ, ਉਹ ਗਿਆਨ ਚਾਹੀਦਾ। ਉਹ ਤੀਰਥ ਦੀ ਅਸੀਂ ਕਹਿੰਦੇ ਗੱਲ ਕਰਦੇ ਹਾਂ, ਕਿਤੇ ਹੋਰ ਦੀ ਗੱਲ ਨਾ ਕਰ ਲਿਓ। ਅੰਗ 623 ਉੱਪਰ ਵੀ ਪਾਤਸ਼ਾਹ ਕਹਿੰਦੇ ਆ ਸੰਤ ਸਰੋਵਰ ਨਹਾਵੈ। ਹੁਣ ਦੇਖੋ ਇੱਥੇ ਕਹਿੰਦੇ ਸੰਤ ਸਰੋਵਰ ਨਹਾਵੈ। ਫਿਰ ਇਹ ਜਿਹੜਾ ਸਾਡੇ ਬਾਹਰ ਸੰਤ ਨੇ, ਜੇ ਉਹ ਸਰੋਵਰ ਤੇ ਨਹਾਉਣਗੇ ਉਹਨਾਂ ਦੀ ਮੁਕਤੀ ਹੈ। ਇਹ ਮੇਰੇ ਮਨ, ਤੂੰ ਤਾਂ ਸੰਤ ਨਹੀਂ ਹੈਗਾ, ਫਿਰ ਤੇਰੀ ਮੁਕਤੀ ਕਿਵੇਂ ਹੋਊਗੀ ਬਈ? ਤੇਰੀ ਮੈਲ ਕਿਵੇਂ ਲਿਖੂ? ਇੱਥੇ ਸੰਤ ਸ਼ਬਦ ਲਿਖਿਆ। ਹੁਣ ਸੰਤ ਸ਼ਬਦ ਇੱਥੇ ਮੁਕਤ ਹੈ। ਤੇ ਜੇ ਗੁਰਬਾਣੀ ਦੇ ਐਂਗਲ ਤੋਂ ਦੇਖੀਏ ਤਾਂ ਜਿੰਨੀ ਵੀ ਹੈ ਮਨੁੱਖਤਾ ਹੈ, ਇਹ ਸਾਰੇ ਸੰਤ ਨੇ।
ਕਿਉਂਕਿ ਸਾਰਿਆਂ ਦੇ ਅੰਦਰ ਹੀ ਸ਼ਾਂਤੀ ਦੀ ਇੱਛਾ ਤਾਂ ਹੈ, ਚਾਹੇ ਮਿਲਦੀ ਨਹੀਂ, ਇਹ ਗੱਲ ਵੱਖਰੀ ਹੈ, ਪਰ ਚਾਹੁੰਦੇ ਤਾਂ ਹਰੇਕ ਹੀ ਨੇ ਵੀ ਸਾਨੂੰ ਸ਼ਾਂਤੀ ਆਵੇ। ਜੇ ਕਹਿੰਦੇ ਪਾਤਸ਼ਾਹ ਕਹਿੰਦੇ ਜੇ ਤੂੰ ਚਾਹੁੰਦਾ ਵੀ ਮੈਨੂੰ ਸ਼ਾਂਤੀ ਆਵੇ, ਤੂੰ ਸੰਤ ਬਣੇ, ਤਾਂ ਸਰੋਵਰ ਨਹਾਵੈ, ਤਾਂ ਤੈਨੂੰ ਸਰੋਵਰ ਦੇ ਵਿੱਚ ਨਹਾਉਣਾ ਪਊਗਾ। ਮਨ ਸ਼ਾਂਤੀ ਚਾਹੁੰਦਾ, ਮਨ ਨੂੰ ਹਿਰਦੇ ਵਿੱਚ ਜਾਣਾ ਪਊਗਾ। ਹਿਰਦੈ ਸਰੋਵਰ, ਹਿਰਦੇ ਵਿੱਚ ਨਾਮ ਪਿਆ। ਫਿਰ ਨਿਸ਼ਾਨੀ ਕੀ ਹੈ? ਸੋ ਜਨ ਪਰਮਗਤ ਭਾਵੈ। ਕਹਿੰਦੇ ਉਹੀ ਜਨ ਜਿਹਦੇ ਕੋਲ ਇਸ ਸਰੋਵਰ ਦੀ ਜਾਣਕਾਰੀ ਹੈ, ਜਿਹੜਾ ਉੱਥੇ ਜਾ ਕੇ ਇਸ਼ਨਾਨ ਕਰ ਲੈਂਦਾ, ਉਹ ਪਰਮਗਤ ਭਾਵੈ। ਪਰਮਗਤ ਹੁੰਦਾ ਆਪਣੇ ਆਪ ਦਾ ਪੂਰੀ ਸੋਝੀ ਪ੍ਰਾਪਤ ਕਰ ਲੈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ 624 ਅੰਗ ਦੇ ਉੱਪਰ ਰਾਮਦਾਸ ਸਰੋਵਰ ਨਹਾਤੇ। ਹੁਣ ਇੱਥੇ ਦਾਸ ਦੇ ਸੱਸੇ ਨੂੰ ਸਿਹਾਰੀ ਹੈ। ਰਾਮ ਦੀ ਜਿਹੜੀ ਦਾਸੀ ਹੈ, ਜਿਹੜੀ ਸੁਰਤ ਆਪਣੇ ਮੂਲ ਨਾਲ ਜੁੜੀ ਹੋਈ ਹੈ, ਸਰੋਵਰ ਨਹਾਤੇ, ਉਹ ਸਰੋਵਰ ਦੇ ਵਿੱਚ ਨਹਾਉਂਦੇ ਆ। ਜਿਹੜਾ ਮਨ ਬੁੱਧੀ ਰਲ ਗਏ ਵੀ ਹਾਂ ਅਸੀਂ ਮਾਇਆ ਛੱਡੀ, ਸਾਨੂੰ ਸੱਚ ਚਾਹੀਦਾ, ਇਸ ਤਾਂ ਰਾਮ ਦੀ ਸ਼ਰਨ 'ਚ ਜਾਣਾ, ਕਿਉਂਕਿ ਰਾਮ ਦੀ ਸ਼ਰਨ ਵਿੱਚ ਹੀ ਜਾਣਾ। ਰਾਮ ਸਾਡਾ ਮੂਲ ਹੈ, ਸਵੇ ਘਟ ਰਾਮ ਬੋਲੇ। ਸਰੋਵਰ ਨਹਾਤੇ, ਉਹਦੇ ਕੋਲ ਹੀ ਨਾਮ ਹੈ, ਉਹਦੇ ਵਿੱਚ ਜਾ ਕੇ ਇਸ਼ਨਾਨ ਕਰਨਾ ਕੀ ਨੇ? ਮਨ ਬੁੱਧੀ ਨੇ। ਫਿਰ ਕਿ ਉਹ ਸਭ ਲਾਥੇ ਪਾਪ ਕਮਾਤੇ। ਕਹਿੰਦੇ ਜਿੰਨੇ ਵੀ ਪਾਪ ਕਮਾਇਆ ਹੋਇਆ, ਪਾਪ ਕਮਾਤੇ ਕੀ ਹੈ? ਪਾਪ ਦੀ ਕਮਾਈ ਕੀ ਹੈ? ਮਾਇਆ ਦੀ ਇੱਛਾ ਕਰਨੀ। ਸੱਚਖੰਡ ਦੀ ਦ੍ਰਿਸ਼ਟੀ ਤੋਂ ਪਾਪ ਹੈ ਕਿ ਜਿਹੜਾ ਜੀਵ ਮਾਇਆ ਬਾਰੇ ਚਿੰਤਨ ਕਰਦਾ ਹੈ, ਉਹ ਪਾਪ ਹੈ। ਜਿਹੜਾ ਆਪਣੇ ਆਪ ਬਾਰੇ ਚਿੰਤਨ ਕਰਦਾ ਹੈ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ, ਤੂੰ ਕੌਣ ਰੇ, ਮੈਂ ਜੀ ਨਾਮਾ, ਜਿਹਨੂੰ ਇਸ ਗੱਲ ਦੀ ਸੋਝੀ ਹੈ, ਉਹ ਪੁੰਨ ਵਾਲੀ ਦ੍ਰਿਸ਼ਟੀ ਨੂੰ ਜਾ ਰਿਹਾ। ਪਾਪ ਭਰਮ ਹੈ, ਪੁੰਨ ਜਸ ਹੈ, ਰੌਸ਼ਨੀ ਹੈ, ਸੁਗਿਆਨ ਹੈ। ਸੱਚਖੰਡ ਦੀ ਦ੍ਰਿਸ਼ਟੀ ਤੋਂ ਵਾ ਗੁਰਬਾਣੀ ਦੀ ਦ੍ਰਿਸ਼ਟੀ ਤੋਂ। ਸੋ ਇੱਥੋਂ ਤੱਕ ਇਹ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਇੱਕ ਵਚਨ ਹੋਰ ਵੀ ਹੈ, ਉਹਦਾ ਮੈਨੂੰ ਅੰਗ ਨਹੀਂ ਪਤਾ ਕਿੰਨੇ ਅੰਗ ਤੇ ਹੈ ਇਹ। ਜਿਵੇਂ ਪਾਤਸ਼ਾਹ ਕਹਿੰਦੇ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾਨ। ਇੱਥੇ ਹੁਣ ਵਰਤ ਵੀ ਦੱਸਦਾ ਵੀ ਜਿਹੜਾ ਤੁਸੀਂ ਵਰਤ ਵੀ ਬਾਹਰ ਕਰਦੇ ਆ ਨਾ, ਵੀ ਭੁੱਖੇ ਰਹਿਣਾ ਜਾਂ ਹੋਰ ਵੀ ਕੁਝ ਕਰਨਾ, ਕਹਿੰਦੇ ਇਹ ਨਹੀਂ, ਸੱਚ ਦਾ ਵਰਤ ਕਰਨਾ ਕਿ ਝੂਠ ਨਹੀਂ ਬੋਲਣਾ। ਸੱਚ ਵਰਤ ਸੰਤੋਖ ਤੀਰਥ। ਸੰਤੋਖ ਤੀਰਥ ਕੀ ਹੈ? ਮਾਇਆ ਦੀ ਇੱਛਾ ਛੱਡਤੀ, ਸੱਚ ਦੀ ਇੱਛਾ ਹੈ, ਸੱਚ ਦੀ ਇੱਛਾ ਹੀ ਤੀਰਥ ਹੈ। ਗਿਆਨ ਧਿਆਨ, ਕਹਿੰਦੇ ਉਹ ਗਿਆਨ ਪ੍ਰਾਪਤ ਕਰਨਾ ਹੈ, ਤੇ ਫਿਰ ਉਹਦੇ ਗਿਆਨ ਦੇ ਵਿੱਚੋਂ ਧਿਆਨ ਪ੍ਰਗਟ ਹੋ ਜਾਂਦਾ। ਧਿਆਨ ਦੇ ਨਾਲ ਇਸ਼ਨਾਨ ਹੁੰਦਾ, ਕਿਉਂਕਿ ਧੁਰ ਕੀ ਬਾਣੀ ਆਈ ਤਿਨੀ ਸਗਲੀ ਚਿੰਤ ਮਿਟਾਈ। ਹੋਰ ਕਿਸੇ ਤਰੀਕੇ ਨਾਲ ਵੀ ਹੇ ਮੇਰੇ ਮਨਾਂ ਤੇਰੀ ਚਿੰਤਾ ਨਹੀਂ ਮਿਟ ਸਕਦੀ ਜਿੰਨਾ ਚਿਰ ਤੇਰੇ ਹਿਰਦੇ ਚੋਂ ਧੁਰ ਕੀ ਬਾਣੀ ਪ੍ਰਗਟ ਨਹੀਂ ਹੁੰਦੀ। ਸੋ ਇੰਨੀ ਕੁ ਵਿਚਾਰ ਸੀ। ਫਿਰ ਵੀ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਮੈਂ ਸਤਿਗੁਰ ਤੋਂ ਮਾਫੀ ਚਾਹੁੰਦਾ, ਤੁਹਾਡੇ ਗੁਰਸਿੱਖਾਂ ਤੋਂ ਵੀ। ਤੁਸੀਂ ਮੇਰੇ ਨਾਲ ਬੈਠ ਕੇ ਵੱਧ ਤੋਂ ਵੱਧ ਮੈਂ ਕਹਿੰਦਾ ਗੁਰਬਾਣੀ ਬਾਰੇ ਵਿਚਾਰ ਕਰੋ, ਤਾਂ ਕਿ ਆਪਣਾ ਸਾਰਿਆਂ ਦਾ ਜੀਵਨ ਸਫਲ ਹੋ ਸਕੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।